ਬੱਚੇ ਨੂੰ ਇਸ ਢੰਗ ਨਾਲ ਫਸਾਇਆ ਜਾਂਦਾ ਹੈ ਕਿ ਪੈਸੇ ਲਵਾਂਗੇ ਤੇ ਤੋਂ ਸਾਰੇ ਲਵਾਂਗੇ ਵੀਜ਼ਾ ਹੋਣ ਤੋਂ ਬਾਅਦ ਬੱਚੇ ਨੂੰ ਲੱਗਦਾ ਹੈ ਕਿ ਹਾਂ ਮੇਰਾ ਵੀਜ਼ਾ ਹੋ ਜਾਣਾ ਤਾਂ ਮੈਨੂੰ ਤਾਂ ਕੋਈ ਦਿੱਕਤ ਹੈ ਨਹੀਂ ਪੈਸੇ ਦੇਣ ਦੇ ਵਿੱਚ, ਪਰ ਉਹ ਪਹਿਲਾਂ ਉਹਦੇ ਤੋਂ ਤਰੀਕਿਆਂ ਦੇ ਨਾਲ ਆ ਤੁਹਾਡੀ ਇੰਨੀ ਐਮਬੈਸੀ ਫੀਸ ਹੈ, ਆ ਤੁਹਾਡਾ ਫਲਾਣਾ ਖਰਚਾ ਹੋ ਗਿਆ, ਫਿਰ ਵੀ ਬੱਚੇ ਤੋਂ ਪੈਸੇ ਥੋੜ੍ਹੇ ਥੋੜ੍ਹੇ ਕਰਕੇ ਇੰਨੇ ਕੁ ਕਢਾ ਲਏ ਜਾਂਦੇ ਆ ਕਿ ਬੱਚੇ ਨੂੰ ਸਮਝ ਨਹੀਂ ਲੱਗਦਾ, ਬੱਚਾ ਉਸ ਡਰ ਨੂੰ ਛਪਾਉਣ ਦੀ ਵਜ੍ਹਾ ਦੇ ਨਾਲ ਹੋਰ ਫਸ ਗਿਆ। ਸੁਨੀਲ ਜੀ, ਆ ਜਿਹੜਾ ਮੰਤਰ ਤੁਸੀਂ ਦੱਸਿਆ ਨਾ, ਜਿਹੜਾ ਐਂਡ ਵਾਲਾ ਗੱਲ ਕਰ ਰਹੇ ਸੀ ਕਿ ਪੈਸੇ ਸਾਰੇ ਕੰਮ ਹੋਣ ਤੋਂ ਬਾਅਦ ਜਾਂ ਵੀਜ਼ਾ ਲੱਗਣ ਤੋਂ ਬਾਅਦ, ਇਹ ਮੰਤਰ ਮੇਰੇ ਖਿਆਲ ਦੇ ਵਿੱਚ 90% 90% ਸਾਰੇ ਹੀ ਜਿਹੜੇ ਏਜੰਟ ਨੇ ਜਾਂ ਜਿਹੜੇ ਤੁਹਾਡੇ ਬਿਜ਼ਨਸਮੈਨ ਨੇ, ਇਹ ਸਾਰੇ ਹੀ ਵਰਤਦੇ ਨੇ। ਤੇ ਇਹਦਾ ਮਤਲਬ ਵੀ ਅਸੀਂ ਕਿਤੇ ਨਾ ਕਿਤੇ ਇਹ ਮੰਨ ਲਈਏ ਵੀ ਇਹ ਮੰਤਰ ਹੀ ਗਲਤ ਹੈ। ਮੰਨ ਲਓ ਮੈਂ ਇੱਕ ਚੀਜ਼ ਕਹਿ ਰਿਹਾ ਕਿ ਸਾਰੇ ਪੈਸੇ ਤੁਹਾਡੇ ਵੀਜ਼ਾ ਲੱਗਣ ਤੋਂ ਬਾਅਦ ਲਾਵਾਂਗੇ, ਮਤਲਬ ਜੇ ਆਪਾਂ ਮੋਟਾ ਗੱਲ ਕਰੀਏ ਕੈਨੇਡਾ ਦਾ, ਤਾਂ ਇੱਕ ਬੱਚਾ ਜਦੋਂ ਵੀਜ਼ਾ ਫਾਈਲ ਕਰਦਾ ਹੈ ਤਾਂ ਉਹਦੀ 1 ਸਾਲ ਦੀ ਫੀਸ ਜ਼ਰੂਰੀ ਹੁੰਦੀ ਹੈ ਭੇਜਣੀ ਪਹਿਲਾਂ ਵੀਜ਼ਾ ਤੋਂ, ਉਹਦਾ GIC ਭੇਜਣਾ ਜ਼ਰੂਰੀ ਹੁੰਦਾ ਹੈ। ਦੋਨੋਂ ਚੀਜ਼ਾਂ ਨੂੰ ਮਿਲਾ ਲਈਏ ਤਾਂ ਉਹਦਾ 14-15 ਲੱਖ ਦਾ ਔਨ ਐਨ ਐਵਰੇਜ ਖਰਚਾ ਬਣਦਾ ਹੈ। ਹੁਣ ਉਹ 14-15 ਲੱਖ ਪੇ ਕਿਹਨੇ ਕਰਨਾ ਹੈ? ਜਾਂ ਤਾਂ ਉਹ ਬੱਚੇ ਦੇ ਅਕਾਊਂਟ 'ਚ ਜਾਣਾ ਚਾਹੀਦਾ ਹੈ ਜਾਂ ਉਹ ਬੱਚੇ ਦੇ ਪੇਰੈਂਟਸ ਦੇ ਅਕਾਊਂਟ 'ਚ ਜਾਣਾ ਚਾਹੀਦਾ ਹੈ। ਸਾਲ ਕੁ ਪਹਿਲਾਂ ਦੀ ਗੱਲ ਹੈ, ਮੋਗਾ ਦੇ ਵਿੱਚ, ਮੈਨੂੰ ਨਾਮ ਨਹੀਂ ਯਾਦ ਉਸ ਕੰਪਨੀ ਦਾ, ਉਹਨੇ 150 ਤੋਂ ਵੱਧ ਬੱਚਿਆਂ ਦੇ ਆਹੀ ਫੀਸ ਆਫਟਰ ਵੀਜ਼ਾ ਕਰਨ ਦੇ ਚੱਕਰ ਦੇ ਵਿੱਚ ਜਾਲੀ GIC ਬਣਾ ਕੇ ਤੇ ਲਗਾ ਦਿੱਤੇ ਐਮਬੈਸੀ ਦੇ ਵਿੱਚ, ਤੇ ਸਾਰੇ ਦੇ ਸਾਰੇ ਬੱਚਿਆਂ ਦਾ ਵੀਜ਼ਾ ਰਿਫਿਊਜ਼ ਹੋਇਆ। ਇਕੱਲਾ ਰਿਫਿਊਜ਼ ਨਹੀਂ ਹੋਇਆ, 5-5 ਸਾਲ ਦੀ ਉਹਨਾਂ ਦੀ ਐਂਟਰੀ ਬੈਨ ਹੋ ਗਈ। ਬੱਚਾ ਕੀ ਕਰਦਾ ਹੈ? ਕੈਸ਼ ਲੈ ਕੇ ਏਜੰਟ ਦੇ ਕੋਲ ਚਲਾ ਜਾਂਦਾ ਹੈ ਕਿ ਆ ਚੱਕੋ ਮੇਰੇ ਪੈਸੇ ਤੇ ਤੁਸੀਂ ਭਰਾ ਦਿਓ। ਉਹਦੇ ਵਿੱਚ ਕੁੰਡੀ ਬਹੁਤ ਵੱਡੀ ਲੱਗਦੀ ਹੈ। ਫਿਰ ਬੱਚੇ ਨੂੰ ਪਤਾ ਹੀ ਨਹੀਂ ਐਕਚੁਅਲ 'ਚ ਕਿੰਨੀ ਫੀਸ ਹੈਗੀ ਹੈ, ਕਿੰਨੀ ਉਹਨੂੰ ਪੇ ਕਰਨੀ ਚਾਹੀਦੀ ਹੈ। ਤਾਂ ਜਿਹੜੇ ਗਲਤ ਕੰਮ ਕਰਨ ਵਾਲੇ ਆ ਉਹ ਹਾਈਲਾਈਟ ਬਹੁਤ ਜਲਦੀ ਕਰ ਦਿੰਦੇ ਆ, ਸਹੀ ਕੰਮ ਕਰਨ ਵਾਲੇ ਲੁਕ ਜਾਂਦੇ ਆ, ਕਿਉਂਕਿ ਸਹੀ ਕੰਮ ਕਰਨ ਵਾਲੇ ਦਾ ਜ਼ਿਆਦਾ ਬੋਲਬਾਲਾ ਨਹੀਂ ਹੁੰਦਾ, ਜਿਹੜਾ ਗਲਤ ਕੰਮ ਕਰਨ ਵਾਲਾ ਉਹ ਰੌਲਾ ਰੱਪਾ ਬਹੁਤ ਪਾਉਂਦਾ। ਜਿੰਨਾ ਵੱਡਾ ਮਰਜ਼ੀ ਨਾਮ ਹੋਵੇ, ਐਮਬੈਸੀ 'ਚ ਕਿਸੇ ਦੀ ਕੋਈ ਇੰਟਰਨਲ ਸੈਟਿੰਗ ਨਹੀਂ, ਕੋਈ ਕੁਛ ਨਹੀਂ। ਜਿਹੜਾ ਵੀਜ਼ਾ ਮਿਲਣਾ ਹੈ ਉਹ ਜਿਹੜੇ ਬੱਚੇ ਦੇ ਕਾਗਜ਼ਾਤ ਹੈ, ਜਿਹੜੇ ਐਮਬੈਸੀ ਦੇ ਵਿੱਚ ਫਾਈਲ ਜਾ ਰਹੀ ਹੈ ਵੀਜ਼ਾ, ਉਹਦੇ ਬੇਸ ਤੇ ਮਿਲਣਾ ਹੈ। ਕਿ ਅਗਰ ਕੋਈ ਬੱਚਾ ਜਿਹੜੀਆਂ ਗੱਲਾਂ ਆਪਾਂ ਪਹਿਲਾਂ ਕਰਕੇ ਹਟੇ ਹਾਂ, ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਵੀਜ਼ਾ ਫਾਈਲ ਕਰਨਾ ਚਾਹੁੰਦਾ ਹੈ ਔਰ ਉਹ ਸਾਡੀ ਕੰਪਨੀ ਨੂੰ ਅਪਰੋਚ ਕਰਦਾ ਹੈ, ਤਾਂ ਅਸੀਂ ਉਹਦੇ ਤੋਂ ਕੋਈ ਵੀ ਪੈਸਾ ਨਾ ਵੀਜ਼ਾ ਤੋਂ ਪਹਿਲਾਂ ਲਵਾਂਗੇ, ਨਾ ਕੋਈ ਵੀ ਪੈਸਾ ਵੀਜ਼ਾ ਤੋਂ ਬਾਅਦ ਲਵਾਂਗੇ। ਜਦੋਂ ਕੋਈ ਚੀਜ਼, ਹੁਣ ਮੰਨ ਲਓ ਮੈਂ ਕਹਿ ਰਿਹਾ ਕਿ ਕੋਈ ਪੈਸਾ ਨਾ ਵੀਜ਼ਾ ਤੋਂ ਪਹਿਲਾਂ ਨਾ ਵੀਜ਼ਾ ਤੋਂ ਬਾਅਦ, ਤਾਂ ਬਹੁਤਿਆਂ ਨੂੰ ਇਹ ਲੱਗਣਾ ਹੈ ਕਿ ਸ਼ਾਇਦ ਮੈਂ ਕੋਈ ਠੱਗੀ ਦਾ ਹੁਣ ਨਵਾਂ ਰਸਤਾ ਲੱਭ ਲਿਆ। ਜਦੋਂ ਇੱਕ ਬੱਚਾ, ਉਹਨੂੰ ਪਤਾ ਹੈ ਕਿ ਕਿਹੜੇ ਕਾਲਜ ਦੇ ਵਿੱਚ ਉਹ ਜਾ ਰਿਹਾ ਹੈ, ਕਿਹੜਾ ਕੋਰਸ ਉਹ ਲੈ ਰਿਹਾ ਹੈ, ਫੀਸ ਬੱਚਾ ਆਪਣੇ ਅਕਾਊਂਟ 'ਚੋਂ ਭਰੂਗਾ, ਡਾਇਰੈਕਟ ਕਾਲਜ ਜਾਂ ਯੂਨੀਵਰਸਿਟੀ ਨੂੰ ਜਾਊਗੀ, ਉਹਨੇ ਨਾ ਮੈਨੂੰ 1 ਰੁਪਈਆ ਕੈਸ਼ ਦੇਣਾ ਹੈ, ਨਾ ਮੇਰੇ ਅਕਾਊਂਟ ਦੇ ਵਿੱਚ 1 ਵੀ ਰੁਪਈਆ ਦੇਣਾ। ਫਾਈਲ ਉਹਦੀਆਂ ਅੱਖਾਂ ਦੇ ਸਾਹਮਣੇ ਲੱਗ ਰਹੀ ਹੈ, ਓਰੀਜਨਲ ਡਾਕੂਮੈਂਟ ਮੈਂ ਕਿਸੇ ਤੋਂ ਲੈਣੇ ਨਹੀਂ, ਉਹ ਬੱਚੇ ਦੇ ਕੋਲ ਪਏ ਆ। ਤਾਂ ਤੁਸੀਂ ਦੱਸੋ ਇਹਦੇ 'ਚ 1% ਵੀ ਠੱਗੀ ਦੀ ਕਿਤੇ ਗੁੰਜਾਇਸ਼ ਹੈਗੀ ਹੈ? ਰੋਜ਼ਾਨਾ ਸਪੋਕਸਮੈਨ TV ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਜੇਕਰ ਅਸੀਂ ਇਸ ਵਕਤ ਕਰੋਨਾ ਦੀ ਮਾਰ ਦੀ ਗੱਲ ਕਰ ਲਈਏ ਤਾਂ ਕਰੋਨਾ ਦੀ ਮਾਰ ਨੇ ਹਰ ਵਪਾਰ ਤੇ ਹਰ ਵਰਗ ਤੇ ਵੱਡਾ ਅਸਰ ਛੱਡਿਆ ਆ ਤੇ ਹਜੇ ਤੱਕ ਵੀ ਕਿਤੇ ਨਾ ਕਿਤੇ ਪ੍ਰਭਾਵਿਤ ਨੇ। ਪਰ ਲੇਕਿਨ ਜੇਕਰ ਅਸੀਂ ਵਿਦੇਸ਼ ਜਾਣ ਦੀ ਇੱਛਾ ਦੀ ਗੱਲ ਕਰ ਲਈਏ ਤਾਂ ਉਹ ਸਭ ਤੋਂ ਵੱਧ ਪ੍ਰਭਾਵਿਤ ਲੱਗਦੀ ਹੈ, ਕਿਉਂਕਿ ਹਜੇ ਵੀ ਕੋਈ ਰਾਹ ਦਿਖਾਈ ਨਹੀਂ ਦੇ ਰਿਹਾ। ਲੇਕਿਨ ਵੱਡੀ ਖੁਸ਼ਖਬਰੀ ਇਹ ਹੈ ਕਿ ਆਇਲਸ ਆ ਜਿਹੜੀ ਕਿ ਸ਼ੁਰੂ ਹੋ ਚੁੱਕੀ ਹੈ, ਤੇ ਕਿਵੇਂ ਹੁਣ ਵਿਦਿਆਰਥੀ ਜਾਂ ਜਿਨ੍ਹਾਂ ਨੇ ਬਾਹਰ ਜਾਣਾ ਉਹ ਕਿਵੇਂ ਮੂਵ ਕਰ ਸਕਦੇ ਨੇ, ਕਿਹੜੇ ਤਰੀਕੇ ਨੇ, ਤੇ ਖਾਸ ਕਰਕੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਇਹਨਾਂ ਸਾਰੀਆਂ ਗੱਲਾਂ 'ਤੇ ਚਰਚਾ ਕਰਨ ਦੇ ਲਈ ਸਾਡੇ ਨਾਲ BSBW ਕੈਰੀਅਰ ਬਿਲਡਰ ਤੋਂ ਸੁਨੀਲ ਚੌਧਰੀ ਜੀ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਕਿਸ ਤਰੀਕੇ ਨਾਲ ਅੱਗੇ ਮੂਵ ਕੀਤਾ ਜਾਵੇ ਤੇ ਜੋ ਇਸ ਵਕਤ ਮਹਾਮਾਰੀ ਦੇ ਪ੍ਰਕੋਪ ਨਾਲ ਜੋ ਪ੍ਰਭਾਵ ਪੈਦਾ ਹੋਏ ਨੇ ਉਹਨਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸੁਨੀਲ ਜੀ, ਬੜਾ ਵੱਡਾ ਫਰਕ ਪੈ ਗਿਆ, ਬੜਾ ਵੱਡਾ ਗੈਪ ਪੈ ਗਿਆ। ਜਿਨ੍ਹਾਂ ਨੇ ਤਿਆਰੀਆਂ ਕੀਤੀਆਂ ਸੀ, ਸੂਟਕੇਸ ਉਹਨਾਂ ਦੇ ਉਵੇਂ ਦੇ ਉਵੇਂ ਮੈਨੂੰ ਲੱਗਦਾ ਪੈਕ ਕੀਤੇ ਕਰਾਏ ਰਹਿ ਗਏ ਨੇ। ਹੁਣ ਨਵੀਂ ਖੁਸ਼ਖਬਰੀ ਕੀ, ਆਇਲਸ ਦੁਬਾਰਾ ਸ਼ੁਰੂ ਹੋ ਰਿਹਾ ਹੈ, ਯਾਨੀ ਕਿ ਰਾਹ ਖੁੱਲ੍ਹਣੇ ਸ਼ੁਰੂ ਹੋ ਚੁੱਕੇ ਨੇ। ਕੀ ਤਰੀਕੇ ਨੇ, ਕਿਸ ਤਰੀਕੇ ਦੇ ਨਾਲ ਅੱਗੇ ਮੂਵ ਕੀਤਾ ਜਾ ਸਕਦਾ ਹੈ? ਦੇਖੋ ਸੁਰਖਾਬ ਜੀ, ਵੀਜ਼ਾ ਦਾ ਜੋ ਪ੍ਰੋਸੈਸ ਸੀ ਉਹ ਪਹਿਲਾਂ ਵੀ ਥੋੜਾ ਚੱਲ ਰਿਹਾ ਸੀ। ਜਿੱਦਾਂ ਸਟੂਡੈਂਟ ਜਿਨ੍ਹਾਂ ਨੇ ਆਇਲਸ ਕੀਤਾ ਹੋਇਆ ਸੀ ਉਹ ਅਪਲਾਈ ਕਰ ਰਹੇ ਸੀ, ਪਰ ਵੱਡੀ ਗਿਣਤੀ ਜਿਹੜੇ ਸਟੂਡੈਂਟ ਸੀ ਜਿਹੜੇ 2020 ਪਾਸ ਆਊਟ ਹੋਏ ਹੈ, ਉਹਨਾਂ ਦਾ ਆਇਲਸ ਦਾ ਐਗਜ਼ਾਮ ਨਹੀਂ ਸੀ ਹੋਇਆ। ਪਹਿਲਾਂ ਤਾਂ ਉਹ ਰਿਜ਼ਲਟ ਦੀ ਵੇਟ ਕਰ ਰਹੇ ਸੀ, ਵਿੱਚ ਕੋਵਿਡ ਆ ਗਿਆ, ਫਿਰ ਆਇਲਸ ਦਾ ਪੇਪਰ ਨਹੀਂ ਸੀ ਹੋ ਰਿਹਾ। ਸੋ ਬੱਚਿਆਂ ਨੂੰ ਕਿਤੇ ਨਾ ਕਿਤੇ ਲੱਗ ਰਿਹਾ ਸੀ ਕਿ ਉਹਨਾਂ ਦਾ ਜਿਹੜਾ ਵਿਦੇਸ਼ ਜਾਣ ਦਾ ਸੁਪਨਾ ਹੈ ਉਹ ਸ਼ਾਇਦ 2020 'ਚ ਪੂਰਾ ਨਹੀਂ ਹੋ ਪਾਊਗਾ।
ਪਰ ਖੁਸ਼ੀ ਦੀ ਖਬਰ ਇੱਕ ਇਹ ਹੈਗੀ ਹੈ ਕਿ ਗਵਰਨਮੈਂਟ ਦੀਆਂ ਜੋ ਗਾਈਡਲਾਈਨਸ ਹੈਗੀਆਂ, ਪਹਿਲਾਂ ਸੈਂਟਰ ਗਵਰਨਮੈਂਟ ਦੀਆਂ, ਹੁਣ ਸਟੇਟ ਗਵਰਨਮੈਂਟ ਨੇ ਵੀ ਇਹ ਗਾਈਡਲਾਈਨਸ ਕਰਤੀਆਂ ਕਿ 15 ਅਕਤੂਬਰ ਤੋਂ ਬਾਅਦ 9ਵੀਂ ਤੋਂ 12ਵੀਂ ਤੱਕ ਦੇ ਸਕੂਲ ਤੇ ਇੰਸਟੀਚਿਊਟ ਜਿਹੜੇ ਹੈਗੇ ਆ ਉਹ ਓਪਨ ਹੋਣ ਜਾ ਰਹੇ ਆ। ਸੋ ਸਾਡੀ ਇੰਡਸਟਰੀ ਲਈ ਵੀ ਬਹੁਤ ਖੁਸ਼ੀ ਦੀ ਗੱਲ ਹੈ, ਉਹਨਾਂ ਬੱਚਿਆਂ ਲਈ ਵੀ ਬਹੁਤ ਖੁਸ਼ੀ ਦੀ ਗੱਲ ਹੈ ਜਿਹੜੇ ਆਨਲਾਈਨ ਕਲਾਸਾਂ ਜਿਨ੍ਹਾਂ ਨੂੰ ਲਾਉਣ ਦੇ ਵਿੱਚ ਪਰੇਸ਼ਾਨੀ ਸੀ ਤੇ ਜਿਹੜੇ ਆ ਕੇ ਪੜ੍ਹਨਾ ਚਾਹੁੰਦੇ ਸੀ, ਮਤਲਬ ਆਫਲਾਈਨ ਕਲਾਸਿਸ ਕਲਾਸਰੂਮ ਦੇ ਵਿੱਚ, ਕਿਉਂਕਿ ਸਾਡੇ ਇੱਥੇ ਕਲਚਰ ਨਹੀਂ ਹੈਗਾ ਜਦੋਂ ਤੱਕ ਬੱਚੇ ਦੇ ਸਿਰ ਤੇ ਟੀਚਰ ਨਹੀਂ ਹੈ ਤਾਂ ਬੱਚਾ ਪੜ੍ਹ ਕੇ ਨਹੀਂ ਖੁਸ਼। ਸੋ ਉਹਨਾਂ ਸਾਰੇ ਬੱਚਿਆਂ ਲਈ ਖੁਸ਼ਖਬਰੀ ਹੈ, ਆਇਲਸ ਇੰਸਟੀਚਿਊਟ ਓਪਨ ਹੋਣ ਜਾ ਰਹੇ ਆ। ਅਸੀਂ ਖੁਦ ਲੁਧਿਆਣੇ ਦੇ ਵਿੱਚ ਸਾਡਾ ਆਇਲਸ ਇੰਸਟੀਚਿਊਟ ਹੈਗਾ ਐਲੀਟ ਸਕੂਲ ਦੇ ਨਾਮ ਤੋਂ, ਤੇ ਉਹ ਅਸੀਂ 16 ਤਰੀਕ ਤੋਂ ਸਟਾਰਟ ਕਰਨ ਜਾ ਰਹੇ ਹਾਂ। ਹਾਂ, ਜਿੱਥੇ ਖੁਸ਼ੀ ਦੀ ਖਬਰ ਹੈ ਤੇ ਦੂਜੇ ਪਾਸੇ ਥੋੜ੍ਹਾ ਸੁਚੇਤ ਰਹਿਣ ਦੀ ਵੀ ਜ਼ਰੂਰਤ ਹੈ, ਕਿਉਂਕਿ ਸੇਫਟੀ ਸਟੈਂਡਰਡਸ ਜਿਹੜੇ ਹੈਗੇ ਆ ਉਹਨਾਂ ਨੂੰ ਪ੍ਰੋਪਰ ਮੇਨਟੇਨ ਕਰਕੇ ਰੱਖਣਾ ਪੈਣਾ ਹੈ। ਪਹਿਲਾਂ ਜੇ ਮੈਂ ਆਪਣੇ ਇੰਸਟੀਚਿਊਟ ਦੀ ਗੱਲ ਕਰਾਂ ਤਾਂ ਸਾਡੇ ਕੋਲ 150 ਬੱਚਾ ਪੜ੍ਹਾਉਣ ਦੀ ਕੈਪੈਸਿਟੀ ਹੈਗੀ ਹੈ, ਸਾਡੇ ਕੋਲ 150 ਬੱਚੇ ਦਾ ਐਟ ਏ ਟਾਈਮ ਸਿਟਿੰਗ ਅਰੇਂਜਮੈਂਟ ਹੈਗਾ। ਬਟ ਇਸ ਟਾਈਮ ਅਸੀਂ ਇੰਨੇ ਬੱਚਿਆਂ ਦੀ ਐਡਮਿਸ਼ਨ ਨਹੀਂ ਕਰਾਂਗੇ, ਅਸੀਂ 1/3 ਬੱਚੇ ਦੀ ਐਡਮਿਸ਼ਨ ਕਰਾਂਗੇ। ਸੋ 50 ਬੱਚੇ ਦੇ ਕਰੀਬ ਅਸੀਂ ਬੱਚੇ ਪੜ੍ਹਾਉਣੇ ਆ ਤਾਂ ਕਿ ਜਿਹੜੀ ਸੋਸ਼ਲ ਡਿਸਟੈਂਸਿੰਗ ਦੀਆਂ ਨੋਰਮਸ ਹੈਗੀਆਂ ਉਹਨਾਂ ਨੂੰ ਵੀ ਫੋਲੋ ਕਰ ਸਕੀਏ ਤੇ ਪ੍ਰੋਪਰ ਜਿਹੜੇ ਸੇਫਟੀ ਗਾਈਡਲਾਈਨਸ ਹੈ ਉਹਨਾਂ ਨੂੰ ਵੀ ਫੋਲੋ ਕਰ ਸਕੀਏ। ਪੜ੍ਹਾਈ ਆਪਣੀ ਜਗ੍ਹਾ ਤੇ ਜਿਹੜੀ ਸੇਫਟੀ ਹੈਗੀ ਉਹ ਆਪਣੀ ਜਗ੍ਹਾ। ਸੁਨੀਲ ਜੀ, ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਅਸੀਂ 1/3 ਇੱਕ ਤਿਹਾਈ ਜਿਹੜੇ ਬੱਚਿਆਂ ਨੂੰ ਪੜ੍ਹਾਵਾਂਗੇ, ਤਕਰੀਬਨ 50 ਕੁ ਬੱਚੇ ਤੁਸੀਂ ਕਹਿ ਰਹੇ ਹੋ। ਇਹਦੇ ਲਈ ਕਿਤੇ ਨਾ ਕਿਤੇ ਸਾਨੂੰ ਖੁਦ ਵੀ ਸੁਚੇਤ ਰਹਿਣ ਦੀ ਲੋੜ ਹੈ, ਸਾਨੂੰ ਖੁਦ ਵੀ ਜਾਗਰੂਕ ਹੋਣ ਦੀ ਲੋੜ ਹੈ, ਕਿਉਂਕਿ ਜਦੋਂ ਸਾਡੀ ਸਿਹਤ ਚੰਗੀ ਰਹੂਗੀ ਤਾਂ ਅਸੀਂ ਅੱਗੇ ਜਿਹੜਾ ਮੂਵ ਕਰ ਸਕਦੇ ਹਾਂ। ਸੋ ਕਿਤੇ ਨਾ ਕਿਤੇ ਜੋ ਗਾਈਡਲਾਈਨਸ ਨੇ ਜਾਂ ਜੋ ਹਦਾਇਤਾਂ ਨੇ ਜਾਂ ਜੋ ਪ੍ਰਬੰਧ ਕੀਤੇ ਜਾਣੇ ਚਾਹੀਦੇ ਆ ਉਹ ਕੀ ਹੋਣੇ ਚਾਹੀਦੇ ਆ ਤਾਂ ਜੋ ਦਰਸ਼ਕਾਂ ਨੂੰ ਪਤਾ ਲੱਗ ਸਕੇ, ਚਾਹੇ ਉਹ ਕਿਸੇ ਵੀ ਇੰਸਟੀਚਿਊਟ 'ਚ ਜਾਂਦੇ ਨੇ, ਉਹ ਆਪਣੀ ਸਿਹਤ ਦਾ ਧਿਆਨ ਜ਼ਰੂਰ ਰੱਖ ਸਕਣ। ਦੇਖੋ, ਸਭ ਤੋਂ ਪਹਿਲਾਂ ਤਾਂ ਬੱਚੇ ਅੱਜ ਕੱਲ੍ਹ ਬਹੁਤ ਅਵੇਅਰ ਹੈ, ਬੱਚਿਆਂ ਨੂੰ ਪਤਾ ਹੈ ਸੇਫਟੀ ਸਟੈਂਡਰਡ ਜੋ ਹੈਲਥ ਡਿਪਾਰਟਮੈਂਟ ਦੀਆਂ ਜੋ ਗਾਈਡਲਾਈਨਸ ਹੈ ਕਿ ਮਾਸਕ ਪ੍ਰੋਪਰ ਤੁਸੀਂ ਵੀਅਰ ਕਰੋ। ਜੋ ਆਪਣੇ ਲੈਵਲ ਤੇ ਅਸੀਂ ਕਰ ਰਹੇ ਹਾਂ ਹਰ ਇੱਕ ਬੱਚੇ ਦਾ ਟੈਂਪਰੇਚਰ ਅਸੀਂ ਚੈੱਕ ਕਰਕੇ ਬੱਚੇ ਨੂੰ ਐਂਟਰ ਕਰਨ ਦੇਵਾਂਗੇ ਤੇ ਮਾਸਕ ਅਸੀਂ ਉਹਨਾਂ ਨੂੰ ਪ੍ਰੋਪਰ, ਜੇ ਬੱਚੇ ਕੋਲ ਨਹੀਂ ਹੈਗਾ ਅਸੀਂ ਉਹਨਾਂ ਨੂੰ ਮਾਸਕ ਦੇ ਕੇ ਕਲਾਸ ਦੇ ਵਿੱਚ ਐਂਟਰ ਕਰਾਂਗੇ ਤੇ ਪ੍ਰੋਪਰ ਕਲਾਸਿਸ ਡੇਲੀ ਬੇਸਿਸ ਤੇ ਅਸੀਂ ਸੈਨੀਟਾਈਜ਼ ਕਰਨ ਦਾ ਵੀ ਸਿਸਟਮ ਅਸੀਂ ਕੀਤਾ ਹੈਗਾ ਤੇ ਇਹੀ ਚੀਜ਼ਾਂ ਬੱਚਿਆਂ ਨੂੰ ਵੀ ਫੋਲੋ ਕਰਨੀਆਂ ਚਾਹੀਦੀਆਂ। ਕਾਫੀ ਹੱਦ ਤੱਕ ਬੱਚੇ ਅਵੇਅਰ ਵੀ ਹੈਗੇ ਆ, ਜਿਹੜੇ ਨਹੀਂ ਵੀ ਅਵੇਅਰ ਹੋਣਗੇ ਤਾਂ ਅਸੀਂ ਉਹਨਾਂ ਨੂੰ ਅਵੇਅਰਨੈਸ ਪੂਰੀ ਦੇ ਕੇ, ਔਰ ਜੋ ਗਵਰਨਮੈਂਟ ਦੀਆਂ ਗਾਈਡਲਾਈਨਸ ਹੈ ਅਸੀਂ ਰਿਟਨ ਦੇ ਵਿੱਚ ਅਸੀਂ ਇੰਸਟੀਚਿਊਟ ਦੇ ਬਾਹਰ ਵੀ ਡਿਸਪਲੇ ਤੇ ਲਗਾਈਆਂ ਔਰ ਕਲਾਸਰੂਮ ਦੇ ਵਿੱਚ ਵੀ ਡਿਸਪਲੇ ਤੇ ਲਗਾਈਆਂ ਔਰ ਇੰਸਟਰਕਟਰ ਜਿਹੜੇ ਟ੍ਰੇਨਰਸ ਹੈਗੇ ਉਹਨਾਂ ਨੂੰ ਵੀ ਸਪੈਸ਼ਲ ਇੰਸਟਰਕਸ਼ਨਸ ਦਿੱਤੀਆਂ ਗਈਆਂ ਕਿ ਗਾਈਡਲਾਈਨਸ ਫੋਲੋ ਕਰਨ ਦੇ ਵਿਦਆਊਟ ਅਗਰ ਕੋਈ ਬੱਚਾ ਐਂਟਰ ਕਰਦਾ ਤਾਂ ਉਹਨੂੰ ਐਂਟਰ ਨਾ ਕਰਨ ਦਿੱਤਾ ਜਾਵੇ। ਜਾਗਰੂਕਤਾ ਜ਼ਰੂਰੀ ਹੈ ਕਿਉਂਕਿ ਸਿਹਤ ਹੈ ਤਾਂ ਹੀ ਜਹਾਨ ਹੈ, ਤੇ ਅਸੀਂ ਜੇਕਰ ਅੱਗੇ ਜ਼ਿੰਦਗੀ ਵਿੱਚ ਵਧਣਾ ਹੈ ਤਾਂ ਸਾਨੂੰ ਤੰਦਰੁਸਤ ਸਿਹਤ ਹੋਣੀ ਬਹੁਤ ਜ਼ਰੂਰੀ ਆ। ਪਰ ਹੁਣ ਅਸੀਂ ਜੇ ਗੱਲ ਕਰ ਲਈਏ ਵਰਤਮਾਨ ਸਮੇਂ ਦੀ, ਕਿਉਂਕਿ ਇੱਛਾ ਬਹੁਤ ਲੋਕਾਂ ਦੀ ਹੈ, ਜਿਹੜੇ ਇਸ ਸਮੇਂ ਦੌਰਾਨ ਘਰੇ ਰਹਿ ਗਏ ਉਹਨਾਂ ਦੀ ਵੀ ਕਿਤੇ ਨਾ ਕਿਤੇ ਇੱਛਾ ਬਣ ਗਈ ਹੋਊਗੀ, ਕਿਤੇ ਨਾ ਕਿਤੇ ਆਪਦੇ ਤੌਰ ਤੇ ਤਿਆਰੀ ਉਹਨਾਂ ਨੇ ਕਰ ਲਈ ਹੋਣੀ ਹੈ, ਚਾਹੇ ਆਇਲਸ ਦੀ ਹੈ ਚਾਹੇ ਬਾਹਰ ਜਾਣ ਦੀਆਂ ਸਕੀਮਾਂ ਜਾਂ ਵਿਉਂਤਬੰਦੀਆਂ ਘਟਦੀਆਂ ਹੋਣਗੀਆਂ। ਜਦੋਂ ਵੱਡੀ ਗਿਣਤੀ ਵਿੱਚ ਡਿਮਾਂਡ ਵੱਧਦੀ ਹੈ ਨਾ ਕਿਸੇ ਵੀ ਚੀਜ਼ ਦੀ ਤਾਂ ਜ਼ਖੀਰਾਬਾਜ਼ੀ ਜਾਂ ਕਾਲਾਬਾਜ਼ਾਰੀ ਹੁੰਦੀ ਹੈ। ਸੋ ਇਸ ਖੇਤਰ ਦੇ ਵਿੱਚ ਤਾਂ ਪਹਿਲਾਂ ਵੀ ਬਹੁਤ ਹੈ ਤੇ ਹੁਣ ਜ਼ਿਆਦਾ ਵਧੂਗੀ। ਵੱਡੀ ਚੀਜ਼ ਇਹ ਹੈ ਕਿ ਇਸ ਟਾਈਮ ਬਚਿਆ ਕਿਵੇਂ ਜਾਵੇ, ਕਿਵੇਂ ਉਹਨਾਂ ਕਾਲੀਆਂ ਭੇਡਾਂ ਤੋਂ, ਕਿਵੇਂ ਉਹਨਾਂ ਠੱਗਾਂ ਤੋਂ ਬਚਿਆ ਜਾਵੇ ਕਿ ਜਿੱਥੇ ਸਾਡਾ ਕੰਮ 20 ਲੱਖ 'ਚ ਹੋਣਾ ਉੱਥੇ 40 ਲੱਖ ਨਾ ਲੱਗੇ, ਜੇ 10 ਲੱਖ 'ਚ ਹੋਣਾ ਉੱਥੇ 20 ਲੱਖ ਨਾ ਲੱਗੇ। ਦੇਖੋ, ਗੱਲ ਹੈਗੀ ਹੈ ਅਵੇਅਰਨੈਸ ਦੀ, ਜਾਗਰੂਕਤਾ ਹੋਣੀ ਬਹੁਤ ਜ਼ਰੂਰੀ ਹੈ। ਅੱਜ ਆਪਾਂ ਗੱਲ ਕਰਦੇ ਹਾਂ, ਇੱਕ ਬੱਚਾ ਕੋਈ ਵੀ 10ਵੀਂ 12ਵੀਂ ਵਾਲੇ ਬੱਚੇ ਸਭ ਦੇ ਹੱਥ ਦੇ ਵਿੱਚ ਫੋਨ ਹੈ। ਜਦੋਂ ਇੱਕ ਬੱਚੇ ਨੇ ਫੋਨ ਲੈਣਾ ਹੁੰਦਾ ਹੈ ਤਾਂ ਉਹਦੀ ਬਹੁਤ ਰਿਸਰਚ ਕਰਦਾ ਇੰਟਰਨੈਟ 'ਤੇ। ਤੁਸੀਂ ਬੱਚੇ ਨੂੰ ਪੁੱਛੋ, ਕਿਸੇ ਵੀ ਬੱਚੇ ਨੂੰ, ਮੇਰੇ ਕੋਲ ਅਕਸਰ ਬੱਚੇ ਜਦੋਂ ਇੰਸਟੀਚਿਊਟ 'ਚ ਕਾਉਂਸਲਿੰਗ ਲਈ ਆਉਂਦੇ ਆ ਤਾਂ ਮੈਂ ਉਹਨਾਂ ਨੂੰ ਪਹਿਲਾਂ ਪੁੱਛਦਾ ਕਿ ਤੁਸੀਂ ਕਿਹੜੇ ਪ੍ਰੋਗਰਾਮ ਲਈ ਜਾਣਾ ਚਾਹੁੰਦੇ ਹੋ ਜਾਂ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਿਉਂ ਜਾਣਾ ਚਾਹੁੰਦੇ ਹੋ। ਬੱਚਿਆਂ ਕੋਲ ਜਵਾਬ ਬਹੁਤ ਰੇਅਰ ਬੱਚਿਆਂ ਕੋਲ ਹੁੰਦਾ ਕਿ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਕਿਉਂ ਜਾਣਾ ਚਾਹੁੰਦੇ ਹਾਂ। ਫਿਰ ਮੇਰਾ ਦੂਜਾ ਸਵਾਲ ਉਹਨਾਂ ਨੂੰ ਹੁੰਦਾ ਹੈ ਕਿ ਜੇ ਮੈਂ ਅੱਜ ਤੁਹਾਨੂੰ ਇੱਕ ਆਫਰ ਦੇਵਾਂ ਕਿ ਤੁਹਾਨੂੰ ਮੈਂ ਇੱਕ ਫ੍ਰੀ ਦੇ ਵਿੱਚ ਫੋਨ ਦੇਵਾਂ ਤਾਂ ਕਿਹੜਾ ਫੋਨ ਲੈਣਾ ਚਾਹੋਗੇ, ਤਾਂ 90% ਬੱਚਿਆਂ ਦਾ ਜਵਾਬ ਹੁੰਦਾ ਆਈਫੋਨ, ਉਹ ਵੀ ਜਿਹੜਾ ਲੇਟੈਸਟ ਚੱਲ ਰਿਹਾ ਹੁੰਦਾ। ਤਾਂ ਮੈਂ ਪੁੱਛਦਾ ਆਈਫੋਨ ਹੀ ਕਿਉਂ? ਕਿਉਂਕਿ ਬੱਚੇ ਦਾ ਜਵਾਬ ਹੁੰਦਾ ਕਿ ਉਹ ਸੈਗਮੈਂਟ ਦਾ ਬੈਸਟ ਹੈ। ਦੂਜਾ, ਜਿੰਨੇ ਵੀ ਉਹਦੇ ਵਿੱਚ ਨਵੇਂ ਫੀਚਰ ਹੈ ਉਹ ਸਾਰੇ ਬੱਚਾ ਗਿਣਾ ਦਿੰਦਾ ਕਿ ਇਹਦੇ 'ਚ ਆਹ ਫੀਚਰ ਹੈ ਬਾਕੀ ਫੋਨ ਦੇ ਕੰਪੈਰੀਟਿਵ ਇਹ ਇਸ ਗੱਲੋਂ ਵਧੀਆ ਹੈ। ਤਾਂ ਮੈਂ ਬੱਚੇ ਨੂੰ ਪੁੱਛਦਾ ਇੱਕ ਆਈਫੋਨ ਜਿਹਦੀ ਜ਼ਰੂਰਤ ਇੱਕ ਸਟੂਡੈਂਟ ਨੂੰ ਸ਼ਾਇਦ ਜ਼ਿੰਦਗੀ ਦੇ ਵਿੱਚ ਨਾ ਮਾਤਰ ਜੀ ਹੈ ਕਿ ਫੋਨ ਕਰਨਾ ਤੇ ਸੁਣਨਾ, ਉਸ ਤੋਂ ਜ਼ਿਆਦਾ ਜ਼ਰੂਰਤ ਨਹੀਂ ਹੈ, ਉਹਦੀ ਇਨਫੋਰਮੇਸ਼ਨ ਸਟੂਡੈਂਟ ਕੋਲ ਇੰਨੀ ਜ਼ਿਆਦਾ ਹੈ। ਜਦ ਕਿ ਜਦੋਂ ਗੱਲ ਆਉਂਦੀ ਹੈ ਕਰੀਅਰ ਦੀ, ਜਦੋਂ ਗੱਲ ਆਉਂਦੀ ਹੈ ਬਾਹਰ ਜਾਣ ਦੀ, ਤਾਂ ਸਟੂਡੈਂਟ ਨੇ ਜਿਸ ਕੋਰਸ ਨੂੰ ਪੜ੍ਹਨਾ ਹੈ, ਜਿਸ ਕੋਰਸ ਨੇ ਸਟੂਡੈਂਟ ਦੀ ਜ਼ਿੰਦਗੀ ਬਣਾਉਣੀ ਹੈ, ਉਹਦੇ ਬਾਰੇ ਸਟੂਡੈਂਟ ਰਿਸਰਚ ਹੀ ਨਹੀਂ ਕਰਦਾ। ਤਾਂ ਪੁੱਛੀਦਾ ਇਸ ਕਾਲਜ ਜਾਂ ਇਸ ਪ੍ਰੋਗਰਾਮ 'ਚ ਕਿਉਂ ਚੱਲੇ ਹੋ? ਮੇਰੇ ਭੂਆ ਦਾ ਮੁੰਡਾ ਉੱਥੇ ਜੀ, ਮੇਰੇ ਚਾਚੇ ਦੇ ਮੁੰਡੇ ਨੇ ਸੁਜੈਸਟ ਕੀਤਾ ਸੀ।
ਫੋਨ ਅਸੀਂ ਆਪਣੀ ਮਰਜ਼ੀ ਦਾ ਲੈਣਾ ਹੈ ਤੇ ਕਰੀਅਰ ਅਸੀਂ ਉਹ ਚੂਜ਼ ਕਰਨਾ ਹੈ ਜਿਹੜਾ ਸਾਨੂੰ ਚਾਚੇ ਦੇ ਮੁੰਡੇ ਨੇ ਸੁਨੀਲ ਜੀ ਕਿਤੇ ਨਾ ਕਿਤੇ ਹਜੇ ਇਹ ਮੰਨ ਲਈਏ ਵੀ ਲੋਕਾਂ ਦੇ ਵਿੱਚੋਂ ਲਾਈ ਲੱਗ ਵਾਲਾ ਕੰਮ ਗਿਆ ਨਹੀਂ ਵੀ ਕਿਸੇ ਨੂੰ ਦੇਖ ਕੇ ਚੱਲਣਾ ਹੀ ਆ, ਹਜੇ ਵੀ ਆਪਣੀ ਕੋਈ ਨਵੀਂ ਲੀਕ ਨਹੀਂ ਵਾਉਣੀ। ਇਹਦੇ ਕਰਕੇ ਨਾ ਕਿਤੇ ਮੈਂ ਦਫ਼ਤਰਾਂ ਦੇ ਵਿੱਚ ਠੱਗੀ ਹੁੰਦੀ ਵੀ ਦੇਖੀ ਆ ਵੀ ਬੜੀ ਛੇਤੀ ਡਰਾ ਦਿੰਦੇ ਨੇ, ਤੁਹਾਡੀ ਫਾਈਲ ਤਾਂ ਇਦਾਂ ਬਣੀ ਸੀ, ਉਹਦੀ ਇਦਾਂ ਬਣੀ ਸੀ, ਮਤਲਬ ਕੋਈ ਨਾ ਕੋਈ ਫਰਕ ਦਿਖਾ ਕੇ ਉਹ ਤੋਂ ਕੋਈ 2-4 ਲੱਖ ਜਾਂ ਕੋਈ 4 ਪੈਸੇ ਵੱਧ ਉਹ ਤੋਂ ਜਿਹੜਾ ਕਿ ਹੜਪ ਲਏ ਜਾਂਦੇ ਆ, ਵਸੂਲ ਲਏ ਜਾਂਦੇ ਆ, ਤਾਂ ਸ਼ੋਸ਼ਣ ਜ਼ਰੂਰ ਹੁੰਦਾ ਆ। ਦੇਖੋ ਜਦੋਂ ਤੱਕ ਅਸੀਂ ਖੁਦ ਅਵੇਅਰ ਨਹੀਂ ਹੋਵਾਂਗੇ, ਕਲਾਇੰਟ ਅਵੇਅਰ ਨਹੀਂ ਹੁੰਦਾ, ਉਹਦੇ ਪੇਰੈਂਟਸ ਅਵੇਅਰ ਨਹੀਂ ਹੁੰਦੇ, ਉਦੋਂ ਤੱਕ ਇਹ ਜਿਹੜੀ ਸ਼ੋਸ਼ਣਬਾਜ਼ੀ ਹੈਗੀ ਹੈ ਇਹ ਚੱਲਦੀ ਰਹਿਣੀ ਹੈ। ਕਿਉਂਕਿ ਜਦੋਂ ਸਾਨੂੰ ਖੁਦ ਪਤਾ ਲੱਗ ਗਿਆ ਕਿ ਕਿੰਨਾ ਖਰਚਾ ਐਕਚੁਅਲ ਦੇ ਵਿੱਚ ਹੋਣਾ ਹੈ, ਕਿਹੜਾ ਕੋਰਸ ਸਾਨੂੰ ਕਰਨਾ ਚਾਹੀਦਾ ਹੈ ਤੇ ਕਿਹੜੀਆਂ ਹਾਈ ਕਮਿਸ਼ਨ ਦੀਆਂ ਗਾਈਡਲਾਈਨਸ ਹੈਗੀਆਂ। ਮੰਨ ਲਓ ਇੱਕ ਬੱਚਾ ਕੈਨੇਡਾ ਅਪਲਾਈ ਕਰਦਾ ਹੈ ਤਾਂ ਬੇਸਿਕਲੀ 3 ਜਾਂ 4 ਚੀਜ਼ਾਂ ਹੈ, ਜੇ ਉਹ ਚੀਜ਼ਾਂ ਦਾ ਬੱਚਾ ਧਿਆਨ ਰੱਖ ਲੈਂਦਾ ਤਾਂ ਮੈਂ ਕਹਿੰਦਾ ਜ਼ਿੰਦਗੀ 'ਚ ਉਹਦੇ ਨਾਲ ਕਦੇ ਠੱਗੀ ਨਹੀਂ ਹੋ ਸਕਦੀ। ਉਹ ਕਿਹੜੀਆਂ ਚੀਜ਼ਾਂ? ਪਹਿਲੀ ਚੀਜ਼, ਬੱਚਾ ਦੇਖੇ ਕਿ ਮੈਂ ਕਿਹੜਾ ਕੋਰਸ ਕਰਨ ਜਾਣਾ, ਕੋਰਸ ਦੀ ਰਿਸਰਚ ਹੋਣੀ ਚਾਹੀਦੀ ਹੈ। ਦੂਜੀ ਚੀਜ਼, ਬੱਚਾ ਫਸਦਾ ਕਿੱਥੇ ਹੈ, ਬੱਚਾ ਜਾ ਕੇ ਕਿਸੇ ਵੀ ਏਜੰਟ ਦੇ ਕੋਲ ਆਪਣੇ ਓਰੀਜਨਲ ਡਾਕੂਮੈਂਟ ਸਬਮਿਟ ਕਰਾ ਦਿੰਦਾ। ਜਿਸ ਦਿਨ ਓਰੀਜਨਲ ਡਾਕੂਮੈਂਟ ਉਹਨੇ ਆਪਣੇ ਦਿੱਤੇ ਤਾਂ ਸਮਝ ਲਓ ਉਸੇ ਦਿਨ ਬੱਚੇ ਨੇ ਆਪਣੇ ਜਿਹੜਾ ਆਪਣੇ ਆਲੇ ਦੁਆਲੇ ਜਾਲ ਆਪ ਵਿਛਾ ਲਿਆ। ਯਾਨੀ ਕਿ ਫੋਟੋਕਾਪੀ ਦੇਵੇ? ਬਿਲਕੁਲ ਜ਼ਰੂਰਤ ਹੀ ਨਹੀਂ ਹੈ। ਕੋਈ ਯੂਨੀਵਰਸਿਟੀ, ਕੋਈ ਕਾਲਜ ਓਰੀਜਨਲ ਡਾਕੂਮੈਂਟ ਕਦੇ ਨਹੀਂ ਮੰਗਦਾ। ਓਰੀਜਨਲ ਡਾਕੂਮੈਂਟ ਦੀ ਸਿਰਫ ਤੇ ਸਿਰਫ ਸਕੈਨ ਕਾਪੀ ਵਾਇਆ ਮੇਲ ਉਹਨਾਂ ਨੂੰ ਜਾਂਦੀ ਹੈ। ਪੰਜਾਬ ਦੇ ਵਿੱਚ ਬਹਿ ਕੇ, ਇੰਡੀਆ ਦੇ ਵਿੱਚ ਬਹਿ ਕੇ ਹਰ ਏਜੰਟ ਐਡਮਿਸ਼ਨ ਕਰਦਾ ਹੈ ਤੇ ਐਡਮਿਸ਼ਨ ਹੋ ਰਹੀ ਹੈ ਕੈਨੇਡਾ ਦੇ ਵਿੱਚ। ਕੋਈ ਏਜੰਟ ਡਾਕੂਮੈਂਟ ਲੈ ਕੇ ਉੱਥੇ ਐਡਮਿਸ਼ਨ ਕਰਾਉਣ ਨਹੀਂ ਜਾਂਦਾ। ਸੋ ਸਾਰੀਆਂ ਚੀਜ਼ਾਂ ਆਨਲਾਈਨ ਹੁੰਦੀਆਂ। ਬੱਚਾ ਕਲਰਡ ਸਕੈਨ ਕਾਪੀ ਦੇਵੇ ਤੇ ਆਪਣਾ ਪ੍ਰੋਸੈਸ ਕਰਾਵੇ। ਜਿੱਦਾਂ ਮੈਂ 4 ਤਰੀਕੇ ਕਿਹਾ ਸੀ ਕਿ 4 ਗੱਲਾਂ ਦਾ ਅਗਰ ਬੱਚਾ ਧਿਆਨ ਰੱਖ ਲੇ। ਪਹਿਲੀ ਚੀਜ਼ ਹੈ ਕੋਰਸ ਖੁਦ ਚੂਜ਼ ਕਰੇ, ਕਾਲਜ ਖੁਦ ਚੂਜ਼ ਕਰੇ ਤਾਂ ਕਿ ਉਹਨੂੰ ਪਤਾ ਲੱਗੇ ਕਿ ਉਹ ਕੋਰਸ ਕਿੰਨੇ ਟਾਈਮ ਦਾ ਕੋਰਸ ਹੈ, ਉਹਦੀ ਫੀਸ ਕਿੰਨੀ ਹੈ, ਸਾਰਾ ਕੁਝ। ਦੂਜੀ ਚੀਜ਼, ਬੱਚਾ ਜਿਹੜਾ ਹੈਗਾ ਓਰੀਜਨਲ ਡਾਕੂਮੈਂਟ ਕਿਸੇ ਨੂੰ ਨਾ ਦੇਵੇ। ਤੀਜੀ ਚੀਜ਼ ਜਿਹੜੀ ਹੈਗੀ ਹੈ ਕਿ ਜਿਹੜੀ ਸਭ ਤੋਂ ਵੱਡੀ ਚੀਜ਼ ਆਉਂਦੀ ਹੈ ਪੈਸੇ। ਜਦੋਂ ਆਪਾਂ ਪੈਸੇ ਦਿੰਦੇ ਆ ਨਾ, ਪੈਸੇ ਦੇਣੇ ਕਿੱਥੇ ਚਾਹੀਦੇ? ਪੈਸੇ ਟ੍ਰਾਂਸਫਰ ਕਰਨੇ ਚਾਹੀਦੇ ਡਾਇਰੈਕਟ ਕਾਲਜ ਨੂੰ ਤੇ ਯੂਨੀਵਰਸਿਟੀ ਨੂੰ। ਬੱਚਾ ਕੀ ਕਰਦਾ ਹੈ? ਕੈਸ਼ ਲੈ ਕੇ ਏਜੰਟ ਦੇ ਕੋਲ ਚਲਾ ਜਾਂਦਾ ਹੈ ਕਿ ਆ ਚੱਕੋ ਮੇਰੇ ਪੈਸੇ ਤੇ ਤੁਸੀਂ ਭਰਾ ਦਿਓ। ਉਹਦੇ ਵਿੱਚ ਕੁੰਡੀ ਬਹੁਤ ਵੱਡੀ ਲੱਗਦੀ ਹੈ। ਫਿਰ ਬੱਚੇ ਨੂੰ ਪਤਾ ਹੀ ਨਹੀਂ ਐਕਚੁਅਲ 'ਚ ਕਿੰਨੀ ਫੀਸ ਹੈਗੀ ਹੈ, ਕਿੰਨੀ ਉਹਨੂੰ ਪੇ ਕਰਨੀ ਚਾਹੀਦੀ ਹੈ। ਜੇ ਹੁਣ ਬੱਚੇ ਨੇ ਰਿਸਰਚ ਕੀਤੀ ਹੋਊਗੀ, ਕੋਰਸ ਆਪਣਾ ਖੁਦ ਲੱਭਿਆ ਹੋਊਗਾ ਤਾਂ ਉਹਨੂੰ ਪਤਾ ਹੈ ਕਿ ਮੇਰੇ ਇਸ ਕੋਰਸ ਦੀ, ਇਸ ਕਾਲਜ ਦੀ ਇੰਨੀ ਫੀਸ ਜਾਣੀ ਹੈ। ਔਰ ਬੱਚੇ ਨੂੰ ਇਹ ਪਤਾ ਹੋਊਗਾ ਕਿ ਜਿਹੜਾ ਮੈਂ ਕਾਲਜ ਚੂਜ਼ ਕਰ ਰਿਹਾ ਉਹ ਸਰਕਾਰੀ ਕਾਲਜ ਹੈ ਜਾਂ ਪ੍ਰਾਈਵੇਟ ਕਾਲਜ ਹੈ, ਉਹ 'ਚ ਕੱਲ੍ਹ ਨੂੰ ਵਰਕ ਪਰਮਿਟ ਮਿਲੂਗਾ ਵੀ ਜਾਂ ਨਹੀਂ ਮਿਲੂਗਾ। ਬਹੁਤ ਸਾਰੇ ਬੱਚਿਆਂ ਨੂੰ ਉੱਥੇ ਜਾ ਕੇ ਪਤਾ ਲੱਗਦਾ ਹੈ ਕਿ ਉਹਨਾਂ ਦੇ ਕੋਰਸ ਦੇ ਵਿੱਚ ਜਿਹੜਾ ਉਹ ਕਾਲਜ ਦੇ ਵਿੱਚ ਪੜ੍ਹਨ ਗਏ ਆ ਉੱਥੇ ਉਹਨਾਂ ਨੂੰ ਵਰਕ ਪਰਮਿਟ ਹੀ ਨਹੀਂ ਮਿਲਣਾ। ਸੁਨੀਲ ਜੀ, ਪਰ ਜੋ ਗੱਲਾਂ ਤੁਸੀਂ ਹੁਣ ਕਹਿ ਰਹੇ ਹੋ ਅਸੀਂ ਮੰਨ ਲੈਂਦੇ ਹਾਂ ਕਿ ਡਾਕੂਮੈਂਟ ਤੇ ਜਾਂ ਅਵੇਅਰਨੈਸ ਦੇ ਲਈ ਬਹੁਤ ਜ਼ਰੂਰੀ ਆ, ਪਰ ਕਿਤੇ ਨਾ ਕਿਤੇ ਜਿਹੜਾ ਭਰਮ ਪਾਇਆ ਜਾਂਦਾ ਉਹ ਵੀ ਤੁਹਾਡੇ ਵਰਗਿਆਂ ਜਾਂ ਜੋ ਤੁਹਾਡੇ ਜੋ ਕੰਮ ਕਰਦੇ ਉਹਨਾਂ ਵੱਲੋਂ ਹੀ ਪਾਇਆ ਜਾਂਦਾ। ਦੇਖੋ ਬਿਲਕੁਲ ਇਸ ਚੀਜ਼ ਨੂੰ ਇਸ ਚੀਜ਼ ਤੋਂ ਮੈਂ ਮਨਾਹੀ ਨਹੀਂ, ਇਸ ਚੀਜ਼ ਨੂੰ ਮੈਂ ਕਰਦਾ ਕਿ ਜਿੱਥੇ ਇੱਕ ਕੰਮ, ਜਦੋਂ ਦੇਖੋ ਪੈਸੇ ਦੀ ਬਹੁਤ ਜ਼ਿਆਦਾ ਇਨਵੋਲਵਮੈਂਟ ਹੁੰਦੀ ਹੈ ਨਾ, ਕੋਈ ਵੀ ਸੈਕਟਰ ਜਦੋਂ ਵੱਧਦਾ ਫੁੱਲਦਾ ਹੈ ਤਾਂ ਉਹਦੇ 'ਚ ਗਲਤ ਕੰਮ ਕਰਨ ਵਾਲੇ ਵੀ ਆ ਜਾਂਦੇ ਆ ਤੇ ਸਹੀ ਕੰਮ ਕਰਨ ਵਾਲੇ ਵੀ ਆ ਜਾਂਦੇ ਆ। ਪਰ ਜਿਹੜਾ ਇੱਕ ਹੈਗਾ ਹੈ, ਜਦੋਂ ਉਸ ਚੀਜ਼ ਨੂੰ ਹਾਈਲਾਈਟ ਕੀਤਾ ਜਾਂਦਾ ਹੈ ਤਾਂ ਜਿਹੜੇ ਗਲਤ ਕੰਮ ਕਰਨ ਵਾਲੇ ਆ ਉਹ ਹਾਈਲਾਈਟ ਬਹੁਤ ਜਲਦੀ ਕਰ ਦਿੰਦੇ ਆ, ਸਹੀ ਕੰਮ ਕਰਨ ਵਾਲੇ ਲੁਕ ਜਾਂਦੇ ਆ। ਕਿਉਂਕਿ ਸਹੀ ਕੰਮ ਕਰਨ ਵਾਲਾ ਇਹਦਾ ਜ਼ਿਆਦਾ ਬੋਲਬਾਲਾ ਨਹੀਂ ਹੁੰਦਾ, ਜਿਹੜਾ ਗਲਤ ਕੰਮ ਕਰਨ ਵਾਲਾ ਉਹ ਰੌਲਾ ਰੱਪਾ ਬਹੁਤ ਪਾਉਂਦਾ ਹੈ। ਪਰ ਕਿਤੇ ਨਾ ਕਿਤੇ ਵੀ ਨਾ ਜਿਹੜਾ ਇੱਕ ਬਦਨਾਮ ਹੋ ਜਾਂਦਾ ਬਾਕੀ ਸਾਰਿਆਂ ਨੂੰ ਬਦਨਾਮ ਵੀ ਕਰਦਾ ਹੈ। ਬਿਲਕੁਲ, ਬਦਨਾਮੀ ਇੱਕ ਛੋਟਾ ਜਿਹਾ ਦਾਗ ਵੀ ਸਾਰੀ ਦੀ ਸਾਰੀ ਇੰਡਸਟਰੀ ਨੂੰ ਬਦਨਾਮ ਕਰਦਾ ਹੈ। ਚੌਥੀ ਗੱਲ ਮੇਰੀ ਰਹਿ ਗਈ ਸੀ ਕਿ ਜਦੋਂ ਪਹਿਲੀਆਂ 3 ਗੱਲਾਂ ਬੱਚੇ ਨੇ ਫੋਲੋ ਕਰ ਲਈਆਂ, ਬੱਚੇ ਨੇ ਕੋਰਸ ਖੁਦ ਚੂਜ਼ ਕਰ ਲਿਆ, ਬੱਚੇ ਨੇ ਓਰੀਜਨਲ ਡਾਕੂਮੈਂਟ ਨਹੀਂ ਦਿੱਤੇ, ਬੱਚਾ ਫੀਸ ਆਪਣੀ ਆਪ ਡਾਇਰੈਕਟ ਆਪਣੇ ਅਕਾਊਂਟ ਤੋਂ ਕਾਲਜ ਯੂਨੀਵਰਸਿਟੀ ਨੂੰ ਭੇਜ ਰਿਹਾ, ਤਾਂ ਚੌਥੀ ਚੀਜ਼ ਹੈਗੀ ਹੈ ਵੀਜ਼ਾ ਫਾਈਲਿੰਗ। ਵੀਜ਼ਾ ਫਾਈਲਿੰਗ ਬੱਚਾ ਟੇਬਲ ਤੇ ਬੈਠ ਕੇ ਕੰਸਲਟੈਂਟ ਦੇ ਸਾਹਮਣੇ ਅਗਰ ਲਗਵਾਉਂਦਾ ਹੈ ਕਿ ਕਹੇ ਕਿ ਮੇਰੀ ਫਾਈਲ ਮੇਰੇ ਅੱਖਾਂ ਦੇ ਸਾਹਮਣੇ ਲਾਓ। ਪੰਜਵੀਂ ਕੋਈ ਚੀਜ਼ ਹੋ ਨਹੀਂ ਸਕਦੀ ਕਿ ਬੱਚੇ ਨਾਲ ਕਿਸੇ ਤਰੀਕੇ ਦੀ ਵੀ ਠੱਗੀ ਹੋ ਜਾਏ। ਕਿਉਂਕਿ ਪ੍ਰੋਬਲਮ ਕਦੋਂ ਆਉਂਦੀ ਹੈ, ਜਿਸ ਬੱਚੇ ਦਾ ਵੀਜ਼ਾ ਲੱਗ ਗਿਆ ਉਹਦੇ ਪੈਸੇ ਘੱਟ ਲੱਗੇ ਹੋਣ, ਵੱਧ ਲੱਗੇ ਹੋਣ, ਉਹ ਭੁੱਲ ਜਾਂਦਾ ਹੈ, ਜਾ ਕੇ ਆਪਣੇ ਰਸਤੇ ਪੈ ਜਾਂਦਾ ਹੈ। ਜਿਸ ਬੱਚੇ ਦਾ ਵੀਜ਼ਾ ਰਿਫਿਊਜ਼ ਹੋ ਗਿਆ ਉਹਨੂੰ ਇਹੀ ਨਹੀਂ ਪਤਾ ਹੁੰਦਾ ਕਿ ਉਹਦੀ ਫਾਈਲ ਦੇ ਵਿੱਚ ਲੱਗਿਆ ਕੀ ਹੈ, ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਦੀ ਫੀਸ ਗਈ ਕਿੰਨੀ ਹੈ। ਔਰ ਰਿਫਿਊਜ਼ ਵਾਲਾ ਟੈਗ ਐਡਾ ਕੁ ਵੱਡਾ ਬਣ ਜਾਂਦਾ ਹੈ ਕਿ ਜਿਵੇਂ ਉਹਨੇ ਕੋਈ ਬਹੁਤ ਵੱਡਾ ਅਪਰਾਧ ਕਰ ਦਿੱਤਾ ਹੁੰਦਾ, ਜਿਨ੍ਹਾਂ ਨੇ ਬਾਅਦ ਚ ਪੈਸਾ ਵਸੂਲਣਾ ਨਾ। ਹੋ ਸਕਦਾ ਮੰਨ ਲਓ ਜਿਵੇਂ ਆਪਾਂ ਸਿਆਣੇ ਕਹਿ ਦਿੰਦੇ ਵੀ ਇੱਕ ਡਾਕਟਰ ਕੋਲ ਦਵਾਈ ਨਹੀਂ ਸੂਤ ਆਈ ਦੂਜੇ ਕੋਲੋਂ ਚੱਲੋ, ਵੀ ਉਹ ਡਾਕਟਰ ਨੂੰ ਵੀ ਖਤਮ ਕਰ ਦਿੰਦੇ, ਚਾਹੇ ਜਿਹੜੀ ਮਰਜ਼ੀ ਉਹ ਪੜ੍ਹਿਆ ਲਿਖਿਆ ਹੋਵੇ, ਡਿਗਰੀ ਜਿੱਡੀ ਮਰਜ਼ੀ ਕੀਤੀ ਹੋਵੇ। ਫਾਈਲ ਕਿਤੇ ਨਾ ਕਿਤੇ ਆਪ ਵੀਕ ਆ ਜਾਂ ਆਪਦੀ ਨਾਕਾਮੀ ਕਹਿ ਸਕਦੇ ਹਾਂ, ਉਹਦੇ ਕਰਕੇ ਫਾਈਲ ਜੇ ਨਹੀਂ ਲੱਗਦੀ, ਮੈਂ ਤੁਹਾਨੂੰ ਵਿੱਚ ਨਹੀਂ ਲੈਂਦਾ, ਸਿਰਫ ਮੈਂ ਖਰੇ ਇੱਕ ਪੱਖ ਰੱਖ ਰਿਹਾ, ਤਾਂ ਕਿਤੇ ਨਾ ਕਿਤੇ ਅਗਲਾ ਏਜੰਟ ਆਰੀ ਲੈ ਕੇ ਜ਼ਰੂਰ ਬੈਠਾ ਹੁੰਦਾ ਵੀ ਇਹਦਾ ਰਿਫਿਊਜ਼ਲ ਹੈ, ਮੈਂ ਦਾਅਵਾ ਕਰਦਾ ਮੈਂ ਲਵਾ ਦੇਣਾ ਤੇ ਮੈਂ ਪੈਸਾ ਵੱਧ ਲੈ ਲੈਣਾ। ਬਿਲਕੁਲ ਸੁਰਖਾਬ ਜੀ, ਤੁਹਾਡੀ ਗੱਲ ਦੇ ਨਾਲ ਮੈਂ 100% ਸਹਿਮਤ ਹਾਂ। ਪਹਿਲੀ ਚੀਜ਼ ਤਾਂ ਮੈਂ
ਇਹ ਦੱਸਣਾ ਚਾਹੂੰਗਾ, ਜਿੱਦਾਂ ਤੁਸੀਂ ਕਿਹਾ ਕਿ ਏਜੰਟ ਦਾਅਵਾ ਕਰਦਾ ਕਿ ਜਿਹੜਾ ਏਜੰਟ ਦਾਅਵਾ ਕਰਦਾ ਕਿ ਮੈਂ 100% ਵੀਜ਼ਾ ਲਵਾ ਦੂੰਗਾ, ਪਹਿਲਾਂ ਹੀ ਉਹ ਤੋਂ ਕਿਨਾਰਾ ਕਰ ਲਓ, ਕਿਉਂਕਿ ਕਿਸੇ ਏਜੰਟ ਕੋਲੇ ਕੋਈ ਮੰਤਰ ਨਹੀਂ ਹੈਗਾ, ਕੋਈ ਕਿਸੇ ਦੀ ਐਮਬੈਸੀ 'ਚ ਸੈਟਿੰਗ ਨਹੀਂ ਹੈਗੀ। ਜਿਹੜਾ ਵੀਜ਼ਾ ਮਿਲਣਾ ਹੈ ਨਾ, ਉਹ 4 ਚੀਜ਼ਾਂ ਤੇ ਵੀਜ਼ਾ ਮਿਲਣਾ ਹੈ। ਨਹੀਂ, ਤੁਸੀਂ ਕਹਿ ਰਹੇ ਹੋ ਵੀ ਕਿਸੇ ਕੋਲ ਨਹੀਂ, ਕਿਸੇ ਕੋਲ ਵੀ ਨਹੀਂ ਹੈਗਾ, ਕਿਸੇ ਕੋਲ ਵੀ ਇਦਾਂ ਦਾ, ਚਾਹੇ ਕੋਈ ਮਰਜ਼ੀ ਵੱਡਾ ਨਾਮ ਹੋਵੇ, ਜਿੰਨਾ ਵੱਡਾ ਮਰਜ਼ੀ ਨਾਮ ਹੋਵੇ, ਐਮਬੈਸੀ 'ਚ ਕਿਸੇ ਦੀ ਕੋਈ ਇੰਟਰਨਲ ਸੈਟਿੰਗ ਨਹੀਂ, ਕੋਈ ਕੁਝ ਨਹੀਂ। ਜਿਹੜਾ ਵੀਜ਼ਾ ਮਿਲਣਾ ਹੈ ਉਹ ਜਿਹੜੇ ਬੱਚੇ ਦੇ ਕਾਗਜ਼ਾਤ ਹੈ, ਜਿਹੜੇ ਐਮਬੈਸੀ ਦੇ ਵਿੱਚ ਫਾਈਲ ਜਾ ਰਹੀ ਹੈ, ਵੀਜ਼ਾ ਉਹਦੇ ਬੇਸ ਤੇ ਮਿਲਣਾ ਹੈ। 4 ਚੀਜ਼ਾਂ ਜਿਹੜਾ ਵੀਜ਼ਾ ਆਫਿਸਰ ਉਹ ਦੇਖਦਾ ਹੈ। ਪਹਿਲੀ ਚੀਜ਼ ਦੇਖੀ ਜਾਂਦੀ ਹੈ ਅਕੈਡਮਿਕ ਬੈਕਗ੍ਰਾਉਂਡ, ਕਿ ਬੱਚੇ ਦਾ ਨੰਬਰ ਕਿੰਨੇ ਕੁ ਹੈ, ਬੱਚਾ ਕਿਹੜੀ ਬੈਕਗ੍ਰਾਉਂਡ ਤੋਂ ਪੜ੍ਹਿਆ ਹੋਇਆ। ਦੂਜੀ ਚੀਜ਼ ਦੇਖੀ ਜਾਂਦੀ ਹੈ ਬੱਚੇ ਦਾ ਆਇਲ ਸਕੋਰ। ਤੀਜੀ ਚੀਜ਼ ਦੇਖੀ ਜਾਂਦੀ ਹੈ ਕਿ ਬੱਚੇ ਦੇ ਪੇਰੈਂਟਸ ਦੀ ਫਾਈਨੈਂਸ਼ੀਅਲ ਬੈਕਗ੍ਰਾਉਂਡ ਕਿੱਦਾਂ ਦੀ, ਤਾਂ ਕਿ ਜਿੰਨਾ ਉੱਥੇ ਜਾ ਕੇ ਬੱਚੇ ਦਾ ਪੜ੍ਹਨ ਦਾ ਖਰਚਾ ਆਣਾ ਹੈ, ਕਿ ਉਹਦੇ ਮਾਪਿਓ ਇੰਨੇ ਕੈਪੇਬਲ ਹੈਗੇ ਕਿ ਉਹਦੀ ਫੀਸ ਭਰ ਸਕਣ। ਤੇ ਜਿਹੜੀ ਚੌਥੀ ਚੀਜ਼ ਦੇਖੀ ਜਾਂਦੀ ਹੈ ਕਿ ਜਿਹੜਾ ਕੋਰਸ ਬੱਚਾ ਕਰਨ ਚੱਲਿਆ, ਉਹ ਕੋਰਸ ਉਹਦੀ ਪ੍ਰੀਵੀਅਸ ਐਜੂਕੇਸ਼ਨ ਦੇ ਨਾਲ ਕਿੱਦਾਂ ਰੈਲੇਵੈਂਟ ਹੈ। ਇਹ 4 ਚੀਜ਼ਾਂ ਹੀ ਡਿਸਾਈਡ ਕਰਦੀਆਂ ਕਿ ਬੱਚੇ ਨੂੰ ਵੀਜ਼ਾ ਮਿਲਣਾ ਹੈ ਜਾਂ ਨਹੀਂ ਮਿਲਣਾ। ਜੇ ਇਹਨਾਂ ਚੀਜ਼ਾਂ ਦਾ ਬੱਚਾ ਖੁਦ ਹੀ ਧਿਆਨ ਰੱਖ ਲਵੇ ਤਾਂ ਮੈਨੂੰ ਨਹੀਂ ਲੱਗਦਾ ਕਿਸੇ ਵੀ ਚੱਕਰ 'ਚ ਉਹਨੂੰ ਫਸਣ ਦੀ ਲੋੜ ਹੈ। ਛੋਟੀਆਂ ਨਹੀਂ ਗੱਲਾਂ ਸੁਨੀਲ ਜੀ, ਤੇ ਮੈਨੂੰ ਲੱਗਦਾ ਇਹੀ ਸਾਰਿਆਂ ਨਾਲੋਂ ਜਿਹੜੇ ਫਾਈਲ ਸਟਰੋਂਗ ਕਰਦੀਆਂ ਨੇ ਉਹੀ ਚੀਜ਼ ਹੈ। ਬਿਲਕੁਲ ਇਹੀ ਚੀਜ਼ ਹੈ। ਮੈਂ ਅਗਰ ਕਿਸੇ ਦੀ ਫਾਈਲ ਦੇਖੋ, ਜਦੋਂ ਬੱਚੇ ਦਾ ਵੀਜ਼ਾ ਰਿਫਿਊਜ਼ ਹੁੰਦਾ ਨਾ, ਤਾਂ ਸਭ ਤੋਂ ਬੜਾ ਬੱਚੇ ਦੇ ਮਨ ਦੇ ਵਿੱਚ ਇੱਕ ਡਰ ਹੁੰਦਾ ਹੈ ਕਿ ਪਤਾ ਨਹੀਂ ਮੇਰਾ ਹੁਣ ਵੀਜ਼ਾ ਦੁਬਾਰਾ ਲੱਗਣਾ ਹੈ ਜਾਂ ਨਹੀਂ ਲੱਗਣਾ। ਉਹ ਡਰ ਦੀ ਵਜ੍ਹਾ ਕੀ ਹੈ? ਕਿਉਂਕਿ ਉਹਨੂੰ ਪਤਾ ਨਹੀਂ ਹੁੰਦਾ ਫਾਈਲ 'ਚ ਲੱਗਿਆ ਕੀ ਹੈ। ਜੇ ਬੱਚੇ ਨੇ ਕੋਲ ਬੈਠ ਕੇ ਫਾਈਲ ਲਵਾਈ ਹੋਊਗੀ ਤਾਂ ਉਹਨੂੰ ਪਤਾ ਹੈ ਕਿ ਜੋ ਮੇਰੀ ਫਾਈਲ ਦੇ ਵਿੱਚ ਲੱਗਿਆ ਹੈ, ਉਹ ਦੂਜੇ ਬੰਦੇ ਨੂੰ ਜਾ ਕੇ ਦੱਸ ਸਕਦਾ ਮੇਰੀ ਪਿਛਲੀ ਫਾਈਲ ਦੇ ਵਿੱਚ ਆ ਲੱਗਿਆ ਸੀ ਤੇ ਹੁਣ ਮੇਰੀ ਫਾਈਲ ਤੁਸੀਂ ਇਸ ਤਰੀਕੇ ਤਿਆਰ ਕਰੋ। ਜਾਂ ਉਹਨੂੰ ਇਹ ਤਾਂ ਪਤਾ ਹੋਊਗਾ ਕਿ ਜਿਹੜੀ ਅਗਲੀ ਮੇਰੀ ਫਾਈਲ ਹੈ। ਪ੍ਰੋਬਲਮ ਕਿੱਥੇ ਆਉਂਦੀ ਹੈ? ਬੱਚੇ ਨੂੰ ਪਿਛਲੀ ਫਾਈਲ ਦਾ ਪਤਾ ਨਹੀਂ। ਬਿਲਕੁਲ। ਅਗਲੀ ਜਗ੍ਹਾ ਬੱਚਾ ਫਾਈਲ ਲਵਾਉਣ ਚਲੇ ਗਿਆ ਤੇ ਅਗਲਾ ਬੰਦਾ ਉਹਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦਾ ਹੈ। ਬਹੁਤ ਸਾਰੇ ਸਹੀ ਕੰਮ ਕਰਨ ਵਾਲੇ ਵੀ ਹੈਗੇ ਆ, ਬਟ ਜੇ ਉਹ ਕਿਸੇ ਗਲਤ ਹੱਥਾਂ ਦੇ ਵਿੱਚ ਫਸ ਗਿਆ ਤਾਂ ਉਹਨੇ ਕਹਿਣਾ ਵੀ ਤੇਰਾ ਤਾਂ ਪਿੱਛੇ ਹੋਇਆ ਪਿਆ ਸੱਤਿਆਨਾਸ਼, ਤੇ ਹੁਣ ਮੈਂ ਤੇਰਾ ਸਹੀ ਕੰਮ ਕਰਾ ਕੇ ਦਊਂਗਾ, ਇੰਨੇ ਪੈਸੇ ਲਊਂਗਾ। ਔਰ ਬੱਚੇ ਨੂੰ ਇਸ ਢੰਗ ਨਾਲ ਫਸਾਇਆ ਜਾਂਦਾ ਹੈ ਕਿ ਪੈਸੇ ਲਵਾਂਗੇ ਤੇ ਤੋਂ ਸਾਰੇ ਲਵਾਂਗੇ ਵੀਜ਼ਾ ਹੋਣ ਤੋਂ ਬਾਅਦ। ਬੱਚੇ ਨੂੰ ਲੱਗਦਾ ਹੈ ਕਿ ਹਾਂ ਮੇਰਾ ਵੀਜ਼ਾ ਹੋ ਜਾਣਾ ਹੈ ਤਾਂ ਮੈਨੂੰ ਤਾਂ ਕੋਈ ਦਿੱਕਤ ਹੈ ਨਹੀਂ ਪੈਸੇ ਦੇਣ ਦੇ ਵਿੱਚ। ਪਰ ਉਹ ਪਹਿਲਾਂ ਉਹਦੇ ਤੋਂ ਤਰੀਕਿਆਂ ਦੇ ਨਾਲ ਆ ਤੁਹਾਡੀ ਇੰਨੀ ਐਮਬੈਸੀ ਫੀਸ ਹੈ, ਆ ਤੁਹਾਡਾ ਫਲਾਣਾ ਖਰਚਾ ਹੋ ਗਿਆ, ਫਿਰ ਵੀ ਬੱਚੇ ਤੋਂ ਪੈਸੇ ਥੋੜ੍ਹੇ ਥੋੜ੍ਹੇ ਕਰਕੇ ਇੰਨੇ ਕੁ ਕਢਾ ਲਏ ਜਾਂਦੇ ਆ ਕਿ ਬੱਚੇ ਨੂੰ ਸਮਝ ਨਹੀਂ ਲੱਗਦਾ। ਬੱਚਾ ਉਸ ਡਰ ਨੂੰ ਛਪਾਉਣ ਦੀ ਵਜ੍ਹਾ ਦੇ ਨਾਲ ਹੋਰ ਫਸ। ਸੁਨੀਲ ਜੀ, ਆ ਜਿਹੜਾ ਮੰਤਰ ਤੁਸੀਂ ਦੱਸਿਆ ਨਾ, ਜਿਹੜਾ ਐਂਡ ਵਾਲਾ ਗੱਲ ਕਰ ਰਹੇ ਸੀ ਕਿ ਪੈਸੇ ਸਾਰੇ ਕੰਮ ਹੋਣ ਤੋਂ ਬਾਅਦ ਜਾਂ ਵੀਜ਼ਾ ਲੱਗਣ ਤੋਂ ਬਾਅਦ, ਇਹ ਮੰਤਰ ਮੇਰੇ ਖਿਆਲ ਦੇ ਵਿੱਚ 90% 90% ਸਾਰੇ ਹੀ ਜਿਹੜੇ ਏਜੰਟ ਨੇ ਜਾਂ ਜਿਹੜੇ ਤੁਹਾਡੇ ਬਿਜ਼ਨਸਮੈਨ ਨੇ, ਇਹ ਸਾਰੇ ਹੀ ਵਰਤਦੇ ਨੇ। ਤੇ ਇਹਦਾ ਮਤਲਬ ਵੀ ਅਸੀਂ ਕਿਤੇ ਨਾ ਕਿਤੇ ਇਹ ਮੰਨ ਲਈਏ ਵੀ ਇਹ ਮੰਤਰ ਹੀ ਗਲਤ ਹੈ। ਦੇਖੋ, ਮੰਤਰ ਅਗਰ ਇਹਨੂੰ ਆਪਾਂ ਜੋ ਹਾਈ ਕਮਿਸ਼ਨ ਦੀਆਂ ਗਾਈਡਲਾਈਨਸ ਹੈ ਜਾਂ ਐਮਬੈਸੀਜ਼ ਦੀਆਂ ਗਾਈਡਲਾਈਨਸ ਹੈ, ਅਗਰ ਉਹਦੇ ਹਿਸਾਬ ਨਾਲ ਦੇਖੀਏ ਤਾਂ ਇਹ ਚੀਜ਼ ਬਿਲਕੁਲ ਗਲਤ ਹੈ। ਕਿਉਂਕਿ ਐਮਬੈਸੀ ਕਦੇ ਨਹੀਂ ਕਹਿੰਦੀ, ਮੰਨ ਲਓ ਮੈਂ ਇੱਕ ਚੀਜ਼ ਕਹਿ ਰਿਹਾ ਕਿ ਸਾਰੇ ਪੈਸੇ ਤੁਹਾਡੇ ਵੀਜ਼ਾ ਲੱਗਣ ਤੋਂ ਬਾਅਦ ਲਾਵਾਂਗੇ। ਮਤਲਬ ਜੇ ਆਪਾਂ ਮੋਟਾ ਗੱਲ ਕਰੀਏ ਕੈਨੇਡਾ ਦਾ, ਤਾਂ ਇੱਕ ਬੱਚਾ ਜਦੋਂ ਵੀਜ਼ਾ ਫਾਈਲ ਕਰਦਾ ਹੈ ਤਾਂ ਉਹਦੀ 1 ਸਾਲ ਦੀ ਫੀਸ ਜ਼ਰੂਰੀ ਹੁੰਦੀ ਹੈ ਭੇਜਣੀ ਪਹਿਲਾਂ ਵੀਜ਼ਾ ਤੋਂ, ਉਹਦਾ GIC ਭੇਜਣਾ ਜ਼ਰੂਰੀ ਹੁੰਦਾ ਹੈ। ਦੋਨੋਂ ਚੀਜ਼ਾਂ ਨੂੰ ਮਿਲਾ ਲਈਏ ਤਾਂ ਉਹਦਾ 14-15 ਲੱਖ ਦਾ ਔਨ ਐਨ ਐਵਰੇਜ ਖਰਚਾ ਬਣਦਾ ਹੈ। ਹੁਣ ਉਹ 14-15 ਲੱਖ ਪੇ ਕਿਹਨੇ ਕਰਨਾ ਹੈ? ਜਾਂ ਤਾਂ ਉਹ ਬੱਚੇ ਦੇ ਅਕਾਊਂਟ 'ਚ ਜਾਣਾ ਚਾਹੀਦਾ ਹੈ ਜਾਂ ਉਹ ਬੱਚੇ ਦੇ ਪੇਰੈਂਟਸ ਦੇ ਅਕਾਊਂਟ 'ਚ ਜਾਣਾ ਚਾਹੀਦਾ ਹੈ। ਜੇ ਇਹ ਕੋਈ ਏਜੰਟ ਪੇ ਕਰਦਾ ਹੈ ਤਾਂ ਪਹਿਲੀ ਚੀਜ਼ ਤਾਂ ਉਹ ਐਥੀਕਲੀ ਜਾਂ ਉਹ ਟੈਕਨੀਕਲੀ ਐਮਬੈਸੀ ਦੇ ਪੁਆਇੰਟ ਆਫ ਵਿਊ ਤੋਂ ਉਹ ਚੀਜ਼ ਗਲਤ ਹੈ, ਕਿਉਂਕਿ ਉਹਦਾ ਗਾਰਡੀਅਨ ਹੀ ਹੈ ਨਹੀਂ। ਉਹਦਾ ਗਾਰਡੀਅਨ ਹੈ ਨਹੀਂ, ਉਹਦੇ ਨਾਲ ਰਿਲੇਸ਼ਨ ਕੀ ਹੈ ਕਿ ਕਿਉਂ ਉਹ ਪੇ ਕਰ ਰਿਹਾ ਉਹਦੇ ਪੈਸੇ, ਠੀਕ ਹੈ। ਔਰ ਇਹ ਚੀਜ਼ ਬਹੁਤ ਵਧਾ ਚੜਾ ਕੇ ਪ੍ਰਮੋਟ ਕੀਤੀ ਜਾਂਦੀ ਹੈ ਕਿ ਪੈਸੇ ਵੀਜ਼ਾ ਲੱਗਣ ਤੋਂ ਬਾਅਦ। ਦੇਖੋ, ਲਿਖਿਆ ਤਾਂ ਹੁਣ ਅਲਕੋਹਲ ਦੀ ਬੋਟਲ ਦੇ ਉੱਪਰ ਵੀ ਲਿਖਿਆ ਹੁੰਦਾ ਬਿਲਕੁਲ ਕਿ ਸਿਹਤ ਲਈ ਹਾਨੀਕਾਰਕ ਹੈ, ਲੋਕ ਫਿਰ ਵੀ ਉਸ ਚੀਜ਼ ਨੂੰ ਖਰੀਦਦੇ ਆ ਤੇ ਕੰਜ਼ਿਊਮ ਕਰਦੇ ਆ। ਸੇਮ ਸਾਡੀ ਇੰਡਸਟਰੀ ਦੇ ਵਿੱਚ ਵੀ ਹੁੰਦਾ ਹੈ। ਹੁਣ ਇਹ ਚੀਜ਼ ਗਲਤ ਹੈ, ਬਟ ਕਿਉਂ ਇੰਨੀ ਜ਼ਿਆਦਾ ਪ੍ਰਮੋਟ ਹੋ ਰਹੀ ਹੈ? ਕਿਉਂਕਿ ਲੋਕ ਇਹਨੂੰ ਖਰੀਦ ਰਹੇ ਹੈ, ਲੋਕ ਇਸ ਪਾਸੇ ਜਾ ਰਹੇ ਹੈ। ਸ਼ਾਇਦ ਉਹਦੇ ਪਿੱਛੇ ਲੋਕਾਂ ਦਾ ਇਹ ਡਰ ਹੈ ਕਿ ਅੱਜ ਅਸੀਂ ਅਗਰ ਕਿਸੇ ਬੱਚੇ ਦਾ ਵੀਜ਼ਾ ਰਿਫਿਊਜ਼ ਹੁੰਦਾ ਹੈ ਤਾਂ ਸ਼ਾਇਦ ਉਹਨਾਂ ਨੂੰ ਲੱਗਦਾ ਕਿ ਕੱਲ੍ਹ ਨੂੰ ਫੀਸ ਵਾਪਸ ਨਾ ਆਵੇ ਜਾਂ ਪੈਸੇ ਕੱਟ ਕੇ ਆਣੇ। ਵੈਸੇ ਕਿਸੇ ਦਾ ਨੁਕਸਾਨ ਹੁੰਦਾ ਦੇਖਿਆ ਕਿਸੇ ਏਜੰਟ ਦਾ, ਮੈਂ ਕਿਸੇ ਬੱਚੇ ਦੀ ਗੱਲ ਨਹੀਂ ਕਰਦਾ ਵੀ ਫੀਸ ਬਾਅਦ ਚੋਂ ਤੇ ਕਿਸੇ ਦਾ ਵੀਜ਼ਾ ਰਿਫਿਊਜ਼ ਹੋ ਗਿਆ ਹੋਵੇ, ਨਹੀਂ ਫਾਈਲ ਪੂਰੀ ਬਣੀ ਹੋਵੇ, ਤੇ ਕਿਸੇ ਏਜੰਟ ਦਾ ਅੱਜ ਤੱਕ ਤੁਸੀਂ ਨੁਕਸਾਨ ਹੁੰਦਾ ਵੇਖਿਆ? ਮੈਂ ਤਾਂ ਨਹੀਂ ਵੇਖਿਆ। ਇਸ ਚੀਜ਼ 'ਚ ਏਜੰਟ ਦਾ ਕੋਈ ਨੁਕਸਾਨ ਹੈ ਹੀ ਨਹੀਂ। ਏਜੰਟ ਦਾ 1% ਵੀ ਦੇਖੋ, ਮੈਂ 90% ਦੀ ਗੱਲ ਕਰੂੰਗਾ ਕਿ 90% ਜੋ ਇਹ ਪ੍ਰੈਕਟਿਸ ਹੋ ਰਹੀ ਹੈ ਕਿ ਫੀਸ ਵੀਜ਼ਾ ਲੱਗਣ ਤੋਂ ਬਾਅਦ, ਤਾਂ 90% ਕੇਸਿਸ ਦੇ ਵਿੱਚ ਪ੍ਰਾਈਵੇਟ ਕਾਲਜ ਦੇ ਵਿੱਚ ਬੱਚੇ ਦੀ ਐਡਮਿਸ਼ਨ ਕਰਾਈ ਜਾਂਦੀ ਹੈ। ਪ੍ਰਾਈਵੇਟ ਕਾਲਜ ਉਹ ਦਵਾਇਆ ਜਾਂਦਾ ਹੈ ਜਿਹਦੇ ਵਿੱਚ ਨਾ ਤਾਂ ਕੱਲ੍ਹ ਨੂੰ ਵਰਕ ਪਰਮਿਟ ਮਿਲਣਾ ਹੈ, ਨਾ ਉਹਦੇ 'ਚ ਫੀਸ ਜਾਂਦੀ ਹੈ। ਉਸ ਕਾਲਜ 'ਚ ਫੀਸ ਹੀ ਨਹੀਂ ਜਾਂਦੀ। ਪਹਿਲਾਂ ਕਾਲਜ $100-150 ਲੈ ਕੇ
ਤੇ ਇੱਕ ਆਫਰ ਲੈਟਰ ਇਸ਼ੂ ਕਰ ਦਿੰਦਾ ਹੈ ਤੇ ਉਹਦੇ ਬਿਹਾਫ ਤੇ ਫਾਈਲ ਲਾ ਦਿੱਤੀ ਜਾਂਦੀ ਹੈ। ਮਤਲਬ ਕਿ ਬੱਚੇ ਦੀ ਫਾਈਲ ਨਾਲ ਐਕਸਪੈਰੀਮੈਂਟ ਕੀਤਾ ਜਾਂਦਾ ਹੈ ਕਿ ਜੇ ਵੀਜ਼ਾ ਲੱਗ ਗਿਆ ਤਾਂ ਬਾਅਦ 'ਚ ਬੱਚੇ ਤੋਂ ਪੈਸੇ ਲੈ ਲਾਂਗੇ, ਔਰ GIC ਬੱਚੇ ਕੋਲੋਂ ਹੀ ਭਰਾਇਆ ਜਾਂਦਾ ਹੈ। ਬੱਚੇ ਨੂੰ ਇਹ ਕਹਿ ਕੇ ਕਿ ਇਹ ਤਾਂ ਤੁਹਾਡੇ ਪੈਸੇ ਆ, ਤੁਹਾਡੇ ਅਕਾਊਂਟ 'ਚ ਜਾਣੇ, ਭਰ ਦਿਓ, ਸੇਫ ਹੀ ਪਏ ਆ, ਬੱਚਾ ਭਰ ਦਿੰਦਾ ਹੈ। ਸਾਲ ਕੁ ਪਹਿਲਾਂ ਦੀ ਗੱਲ ਹੈ, ਮੋਗਾ ਦੇ ਵਿੱਚ, ਮੈਨੂੰ ਨਾਮ ਨਹੀਂ ਯਾਦ ਉਸ ਕੰਪਨੀ ਦਾ, ਉਹਨੇ 150 ਤੋਂ ਵੱਧ ਬੱਚਿਆਂ ਦੇ ਆਹੀ ਫੀਸ ਆਫਟਰ ਵੀਜ਼ਾ ਕਰਨ ਦੇ ਚੱਕਰ ਦੇ ਵਿੱਚ ਜਾਲੀ GIC ਬਣਾ ਕੇ ਤੇ ਲਗਾ ਦਿੱਤੇ ਐਮਬੈਸੀ ਦੇ ਵਿੱਚ, ਤੇ ਸਾਰੇ ਦੇ ਸਾਰੇ ਬੱਚਿਆਂ ਦਾ ਵੀਜ਼ਾ ਰਿਫਿਊਜ਼ ਹੋਇਆ। ਇਕੱਲਾ ਰਿਫਿਊਜ਼ ਨਹੀਂ ਹੋਇਆ, 5-5 ਸਾਲ ਦੀ ਉਹਨਾਂ ਦੀ ਐਂਟਰੀ ਬੈਨ ਹੋ ਗਈ। ਹੁਣ ਜੇ 50% ਉਹਦੇ 'ਚ ਏਜੰਟ ਦਾ ਦੋਸ਼ ਹੈ ਤਾਂ ਕੁਝ ਦੋਸ਼ ਤਾਂ ਬੱਚਿਆਂ ਦਾ ਵੀ ਹੈਗਾ ਜਿਨ੍ਹਾਂ ਨੇ ਉਸ ਇੱਕ ਗਲਤ ਪ੍ਰੈਕਟਿਸ ਨੂੰ ਫੋਲੋ ਕੀਤਾ। ਸੋ ਮੇਰੀ ਇਹ ਰਿਕੁਐਸਟ ਹੈਗੀ ਹੈ ਕਿ ਠੀਕ ਹੈ, ਕਈ ਵਾਰੀ ਕਿਸੇ ਬੱਚੇ ਦਾ ਪ੍ਰੋਫਾਈਲ ਵੀਕ ਹੁੰਦਾ ਹੈ ਜਾਂ ਜਿੱਦਾਂ ਕਿਸੇ ਦਾ ਰਿਫਿਊਜ਼ ਹੋ ਗਿਆ ਪਹਿਲਾਂ, ਉਹ ਦੁਬਾਰਾ ਨਹੀਂ ਆਪਣੇ ਵੱਲੋਂ ਪੈਸੇ ਖਰਚ ਕਰਨਾ ਚਾਹੁੰਦਾ। ਅਗਰ ਤੁਸੀਂ ਉਹ ਚੀਜ਼ ਕਰਦੇ ਹੋ, ਐਟਲੀਸਟ ਦੇਖੋ ਕਿ ਤੁਹਾਡਾ ਐਕਚੁਅਲ 'ਚ ਖਰਚਾ ਕਿੰਨਾ ਹੈ। ਪੈਕੇਜ, ਇਹਨੂੰ ਪੈਕੇਜ ਦੇ ਨਾਮ ਨਾਲ ਪ੍ਰਮੋਟ ਕੀਤਾ ਜਾਂਦਾ ਹੈ ਕਿ ਪੈਕੇਜ ਕਰ ਲਾਂਗੇ ਤੁਹਾਡੇ ਨਾਲ ਸਾਰੇ ਪੈਸੇ ਵੀਜ਼ਾ ਤੋਂ ਬਾਅਦ, ਕਿ ਉਸ ਪੈਕੇਜ ਦੇ ਵਿੱਚ ਬੱਚੇ ਨੂੰ ਦਿੱਤਾ ਕੀ ਜਾ ਰਿਹਾ। ਬੱਚਾ ਇਹ ਚੀਜ਼, ਇਹ ਬੱਚੇ ਦਾ ਹੱਕ ਬਣਦਾ ਹੈ, ਬੱਚਾ ਇਹ ਚੀਜ਼ ਪੁੱਛੇ ਕਿ ਜਿਸ ਜਿਹੜਾ ਪੈਕੇਜ ਤੁਸੀਂ ਮੈਨੂੰ ਦੇ ਰਹੇ ਹੋ, ਜਿਸ ਕਾਲਜ ਦੇ ਵਿੱਚ ਤੁਸੀਂ ਮੈਨੂੰ ਭੇਜ ਰਹੇ ਹੋ, ਪਹਿਲਾਂ ਤਾਂ ਉਸ ਕਾਲਜ ਦਾ ਨਾਮ ਦੱਸੋ, ਫਿਰ ਉਹ ਕਾਲਜ ਸਰਕਾਰੀ ਹੈ ਜਾਂ ਪ੍ਰਾਈਵੇਟ ਹੈ, ਉਸ ਕਾਲਜ ਦੀ ਫੀਸ ਕਿੰਨੀ ਜਾਣੀ ਹੈ, ਮੇਰੇ ਸਾਰੇ ਖਰਚੇ ਕਿੰਨੇ ਬਣਦੇ ਤੇ ਤੁਸੀਂ ਖਰਚੇ ਕਿੰਨੇ ਲੈ ਰਹੇ ਹੋ। ਐਗਜ਼ਾਮਪਲ ਦੇ ਤੌਰ ਤੇ 1 ਸਾਲ ਦੀ ਫੀਸ 8 ਤੋਂ 9 ਲੱਖ ਰੁਪਏ ਬਣਦੀ ਹੈ। GIC ਬੱਚੇ ਨੇ ਆਪ ਭਰ ਦੇਣਾ। ਹੁਣ 8 ਤੋਂ 9 ਲੱਖ ਰੁਪਏ ਫੀਸ ਅਗਰ ਕਿਸੇ ਬੱਚੇ ਦੀ ਭਰੀ ਜਾ ਰਹੀ ਹੈ ਤਾਂ ਉਹ ਭਰਨ ਦੇ ਕੋਈ ਏਜੰਟ ਆਪਣੇ ਕੋਲੋਂ ਅਗਰ ਭਰਦਾ ਹੈ ਤਾਂ ਉਸ ਤੋਂ ਬਾਅਦ ਉਹ 2 ਲੱਖ ਫਾਲਤੂ ਲੈਂਦਾ ਹੈ। ਸਮਝ ਆਉਂਦੀ ਹੈ ਕਿ 9 ਲੱਖ ਉਹਨੇ ਲਾਇਆ ਤੇ 11 ਲੱਖ ਉਹਨੇ ਲੈ ਲਿਆ, 9 ਲੱਖ ਲਾਇਆ ਤੇ 18 ਲੱਖ ਲਿਆ। ਇਹ ਮਤਲਬ ਕਿੱਦਾਂ ਇਸ ਚੀਜ਼ ਦੀ ਕਲੈਰੀਫਿਕੇਸ਼ਨ ਹੋਊਗੀ ਕਿ ਡਬਲ 1 ਜਾਂ 1.5 ਮਹੀਨੇ ਦੀ ਇਨਵੈਸਟਮੈਂਟ ਦੇ ਪਿੱਛੇ ਪੈਸੇ ਡਬਲ ਵਸੂਲੇ ਜਾ ਰਹੇ ਆ ਬੱਚੇ ਤੋਂ, ਤਾਂ ਇਹ ਚੀਜ਼ ਤਾਂ ਬੱਚੇ ਨੇ ਪੁੱਛਣੀ ਹੈ। ਯਾਨੀ ਕਿ ਅਸੀਂ ਇਹ ਗੱਲ ਕਹਿ ਦਈਏ ਵੀ ਇੱਕ ਤਾਂ ਵਿਦਿਆਰਥੀ ਦੇ ਭਵਿੱਖ ਨਾਲ ਖਿਲਵਾੜ ਬਹੁਤ ਵੱਡੇ ਪੱਧਰ ਤੇ, ਜੋ ਚੀਜ਼ਾਂ ਹੈ ਹੀ ਨਹੀਂ ਉਹ ਦਿੱਤੀਆਂ ਜਾ ਰਹੀਆਂ, ਉਹ ਪੇਸ਼ ਕੀਤੀਆਂ ਜਾ ਰਹੀਆਂ, ਭਰਮਾਇਆ ਜਾ ਰਿਹਾ। ਦੂਜਾ, ਪੈਸਾ ਵੱਡੀ ਗਿਣਤੀ 'ਚ ਬਟੋਰਿਆ ਜਾ ਰਿਹਾ, ਵਸੂਲਿਆ ਜਾ ਰਿਹਾ। ਬਿਲਕੁਲ ਜੀ। ਸੋ ਕਿਤੇ ਨਾ ਕਿਤੇ ਦੋਨਾਂ ਤਰਫਾਂ ਨਾਲੋਂ ਜਿਹੜਾ ਕਿ ਠੱਗ ਬਹੁਤ ਵੱਡਾ ਹੈ ਇਸ ਦੇ ਵਿੱਚ, ਤੇ ਦੋਨਾਂ ਤਰਫਾਂ ਠੱਗੀ ਵੱਜਦੀ ਦਿਖਾਈ ਦੇ ਰਹੀ ਹੈ। ਪਰ ਕਿਤੇ ਨਾ ਕਿਤੇ ਕਾਰਨ ਦੋਨਾਂ ਪੱਖਾਂ ਦਾ ਹੈ, ਤਾੜੀ ਕਦੇ ਇੱਕ ਹੱਥ ਨਾਲ ਵੱਜੀ ਨਹੀਂ। ਬਿਲਕੁਲ ਜੀ, ਇਹ ਦੋਨਾਂ ਪਾਰਟੀਆਂ ਦਾ ਹੀ ਬਰਾਬਰ ਦਾ ਕੰਟਰੀਬਿਊਸ਼ਨ ਹੈ, ਤਦ ਹੀ ਇੰਨਾ ਕੁਝ ਚੱਲ ਰਿਹਾ। ਤੁਸੀਂ ਅੱਜ ਕਿਸੇ ਵੀ ਚੈਨਲ ਤੇ ਤੁਸੀਂ ਐਡ ਚੱਲਦੀ ਦੇਖ ਲਓ, ਉਹਦੇ 'ਚ 90% ਐਡ ਇਹ ਚੱਲ ਰਹੀ ਹੈ ਕਿ ਫੀਸ ਆਫਟਰ ਵੀਜ਼ਾ। ਮੈਂ ਨਹੀਂ ਕਹਿੰਦਾ ਫੀਸ ਆਫਟਰ ਵੀਜ਼ਾ ਨਾ ਕਰੋ, ਪਰ ਬੱਚੇ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਕਿਹੜੇ ਕਾਲਜ ਦੇ ਵਿੱਚ ਮੇਰੀ ਐਡਮਿਸ਼ਨ ਜਾ ਰਹੀ ਹੈ, ਮੇਰੀ ਫੀਸ ਜਾ ਰਹੀ ਹੈ ਜਾਂ ਨਹੀਂ ਜਾ ਰਹੀ ਹੈ ਤਾਂ ਕਿੰਨੀ ਜਾ ਰਹੀ ਹੈ, ਮੇਰਾ ਕਾਲਜ ਗਵਰਨਮੈਂਟ ਹੈ ਜਾਂ ਮੇਰਾ ਕਾਲਜ ਪ੍ਰਾਈਵੇਟ ਹੈ। ਮੈਂ ਬੱਚਿਆਂ ਨੂੰ ਇਹ ਚੀਜ਼, ਮੇਰੀ ਬੱਚਿਆਂ ਨੂੰ ਰਿਕੁਐਸਟ ਹੈ ਤੇ ਬੱਚਿਆਂ ਨੂੰ ਮੇਰੀ ਅਪੀਲ ਵੀ ਹੈ ਕਿ ਜੇ ਪੈਕੇਜ ਕਰਨਾ ਤਾਂ ਕਮ ਸੇ ਕਮ ਤੁਸੀਂ ਉਸ ਕੰਸਲਟੈਂਟ ਕੋਲੇ ਜਾਓ, ਉਸ ਕੰਸਲਟੈਂਟ ਨੂੰ ਲੱਭੋ ਜਿਹੜਾ ਤੁਹਾਨੂੰ ਗਵਰਨਮੈਂਟ ਕਾਲਜ ਜਾਂ ਗਵਰਨਮੈਂਟ ਯੂਨੀਵਰਸਿਟੀ ਦੇ ਵਿੱਚ ਪੈਕੇਜ ਕਰਕੇ ਦੇਵੇ, ਉੱਥੇ ਤੁਸੀਂ ਕਰੋ, ਜੀ ਸਦਕੇ ਕਰੋ। ਜਾਂ ਫਿਰ ਮੈਂ ਜਿੱਦਾਂ ਪਹਿਲਾਂ ਵੀ ਮੈਂ ਕਿਹਾ ਕਿ ਐਮਬੈਸੀ ਦੀਆਂ ਗਾਈਡਲਾਈਨਸ ਇਹ ਹੈ ਕਿ ਆਪਣੀ ਫੀਸ ਆਪ ਭਰੋ, ਆਪਣੇ ਅਕਾਊਂਟ ਤੋਂ ਡਾਇਰੈਕਟ ਕਾਲਜ ਜਾਂ ਯੂਨੀਵਰਸਿਟੀ ਨੂੰ ਪੇ ਕਰੋ, ਤਾਂ ਕਿ ਜਿਹੜੀ ਤੁਹਾਡਾ ਠੱਗੀ ਹੋਣ ਦਾ 1% ਵੀ ਚਾਂਸ ਹੀ ਨਾ ਰਹੇ। ਹੁਣ ਜਿਹੜੇ ਮਾਪਿਆਂ ਨੂੰ ਜਾਂ ਬੱਚਿਆਂ ਨੂੰ ਇਸ ਚੀਜ਼ ਦਾ ਡਾਊਟ ਹੈ ਕਿ ਫੀਸ ਭਰਤੀ, ਕੱਲ੍ਹ ਨੂੰ ਵੀਜ਼ਾ ਰਿਫਿਊਜ਼ ਹੋ ਗਿਆ, ਸਾਡਾ ਕੁਝ ਨੁਕਸਾਨ ਨਾ ਹੋ ਜਾਵੇ, ਤਾਂ ਉਹਦੇ ਲਈ ਵੀ ਮੈਂ ਦੱਸ ਦਿੰਦਾ ਕਿ ਸਰਕਾਰੀ ਕਾਲਜ ਜਾਂ ਸਰਕਾਰੀ ਯੂਨੀਵਰਸਿਟੀ ਨੂੰ ਭਰੀ ਹੋਈ ਫੀਸ ਤੁਹਾਡੀ 100% ਫੀਸ ਸੇਫ ਹੈ। ਅਗਰ ਆਪਣੇ ਅਕਾਊਂਟ ਤੋਂ ਭਰੀ ਹੈ, ਵੀਜ਼ਾ ਰਿਫਿਊਜ਼ ਵੀ ਹੋ ਗਿਆ ਤਾਂ ਤੁਹਾਡੇ ਅਕਾਊਂਟ 'ਚ ਹੀ ਵਾਪਸ ਆਊਗੀ। ਬਸ ਉਹਨੂੰ ਆਉਣ ਨੂੰ 1.5 ਮਹੀਨੇ ਦਾ ਟਾਈਮ ਲੱਗਦਾ ਹੈ, ਔਰ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਕਹਿ ਲਓ ਕਿ 10-12 ਹਜ਼ਾਰ ਦਾ ਲਾਸ ਹੋ ਸਕਦਾ ਹੈ। ਉਹ ਵੀ ਤਾਂ ਕਿਉਂਕਿ ਜਦੋਂ ਭੇਜਿਆ ਹੁੰਦਾ ਡਾਲਰ ਦਾ ਰੇਟ ਹੋਰ ਹੁੰਦਾ, ਜਦੋਂ ਵਾਪਸ ਆਣੇ ਹੈ ਡਾਲਰ ਦਾ ਰੇਟ ਥੋੜ੍ਹਾ ਬਹੁਤਾ ਫਰਕ ਹੁੰਦਾ ਹੈ, ਵਿੱਚੋਂ ਫੀਸਾਂ ਲੱਗ ਜਾਂਦੀਆਂ। ਬਾਕੀ ਸਾਰੇ ਦੇ ਸਾਰੇ ਪੈਸੇ 100% ਸੇਫ ਹੈ। ਤੇ ਇੱਕ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਮੈਂ ਇੱਕ ਹੋਰ ਸਟੂਡੈਂਟ ਦੇ ਲਈ ਇੱਕ ਸਪੈਸ਼ਲ ਕਹਿ ਲਓ ਕਿ ਆਫਰ ਕਹਿ ਲਓ ਜਾਂ ਕੁਛ ਹੈ ਕਿ ਅਗਰ ਕੋਈ ਬੱਚਾ ਜਿਹੜੀਆਂ ਗੱਲਾਂ ਆਪਾਂ ਪਹਿਲਾਂ ਕਰਕੇ ਹਟੇ ਹਾਂ, ਇਹ 4 ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਵੀਜ਼ਾ ਫਾਈਲ ਕਰਨਾ ਚਾਹੁੰਦਾ ਹੈ ਔਰ ਉਹ ਸਾਡੀ ਕੰਪਨੀ ਨੂੰ ਅਪਰੋਚ ਕਰਦਾ ਹੈ, ਤਾਂ ਅਸੀਂ ਉਹਦੇ ਤੋਂ ਕੋਈ ਵੀ ਪੈਸਾ ਨਾ ਵੀਜ਼ਾ ਤੋਂ ਪਹਿਲਾਂ ਲਵਾਂਗੇ, ਨਾ ਕੋਈ ਵੀ ਪੈਸਾ ਵੀਜ਼ਾ ਤੋਂ ਬਾਅਦ ਲਵਾਂਗੇ। ਉਹਦਾ ਮੈਂ ਤੁਹਾਨੂੰ ਕਾਰਨ ਵੀ ਦੱਸ ਦਿੰਦਾ ਕਿ ਜਦੋਂ ਕੋਈ ਚੀਜ਼, ਹੁਣ ਮੰਨ ਲਓ ਮੈਂ ਕਹਿ ਰਿਹਾ ਕਿ ਕੋਈ ਪੈਸਾ ਨਾ ਵੀਜ਼ਾ ਤੋਂ ਪਹਿਲਾਂ ਨਾ ਵੀਜ਼ਾ ਤੋਂ ਬਾਅਦ, ਤਾਂ ਬਹੁਤਿਆਂ ਨੂੰ ਇਹ ਲੱਗਣਾ ਹੈ ਕਿ ਸ਼ਾਇਦ ਮੈਂ ਕੋਈ ਠੱਗੀ ਦਾ ਹੁਣ ਨਵਾਂ ਰਸਤਾ ਲੱਭ ਲਿਆ। ਜਦੋਂ ਇੱਕ ਬੱਚਾ, ਉਹਨੂੰ ਪਤਾ ਹੈ ਕਿ ਕਿਹੜੇ ਕਾਲਜ ਦੇ ਵਿੱਚ ਉਹ ਜਾ ਰਿਹਾ ਹੈ, ਕਿਹੜਾ ਕੋਰਸ ਉਹ ਲੈ ਰਿਹਾ ਹੈ, ਫੀਸ ਬੱਚਾ ਆਪਣੇ ਅਕਾਊਂਟ 'ਚੋਂ ਭਰੂਗਾ, ਡਾਇਰੈਕਟ ਕਾਲਜ ਜਾਂ ਯੂਨੀਵਰਸਿਟੀ ਨੂੰ ਜਾਊਗੀ, ਉਹਨੇ ਨਾ ਮੈਨੂੰ 1 ਰੁਪਈਆ ਕੈਸ਼ ਦੇਣਾ ਹੈ, ਨਾ ਮੇਰੇ ਅਕਾਊਂਟ ਦੇ ਵਿੱਚ 1 ਵੀ ਰੁਪਈਆ ਦੇਣਾ ਹੈ।
ਫਾਈਲ ਉਹਦੀਆਂ ਅੱਖਾਂ ਦੇ ਸਾਹਮਣੇ ਲੱਗ ਰਹੀ ਹੈ, ਓਰੀਜਨਲ ਡਾਕੂਮੈਂਟ ਮੈਂ ਕਿਸੇ ਤੋਂ ਲੈਣੇ ਨਹੀਂ, ਉਹ ਬੱਚੇ ਦੇ ਕੋਲ ਪਏ ਆ, ਤਾਂ ਤੁਸੀਂ ਦੱਸੋ ਇਹਦੇ 'ਚ 1% ਵੀ ਠੱਗੀ ਦੀ ਕਿਤੇ ਗੁੰਜਾਇਸ਼ ਹੈਗੀ ਹੈ? ਯਾਨੀ ਕਿ ਇੱਕ ਨਵਾਂ ਮੰਤਰ ਲੱਭ ਲਿਆ ਤੁਸੀਂ ਹੁਣ। ਨਵਾਂ ਮੰਤਰ ਕਹਿ ਲਓ ਜਾਂ ਕਹਿ ਲਓ ਕਿ ਜਿਹੜੀ ਇੱਕ ਨਵੀਂ ਰਵਾਇਤ ਚੱਲ ਪਈ ਸੀ ਫੀਸ ਆਫਟਰ ਵੀਜ਼ਾ ਵਾਲੀ, ਤੇ ਉਹ ਰਵਾਇਤ ਤੋਂ ਬੱਚਿਆਂ ਨੂੰ ਵਾਪਸ ਲਿਆਉਣ ਦੇ ਲਈ ਇੱਕ ਆਫਰ ਦੇ ਕੇ ਕਹਿ ਲਓ, ਜਾਂ ਉਹਨਾਂ ਨੂੰ ਉਹਨਾਂ ਦੇ ਦਿਮਾਗ 'ਚ ਦੁਬਾਰਾ ਉਹ ਚੀਜ਼ ਪਾਉਣ ਦੇ ਲਈ ਕਿ ਸਹੀ ਰਸਤਾ ਕੀ ਹੈ, ਉਹਦੇ ਲਈ ਸਾਡਾ ਇੱਕ ਉਪਰਾਲਾ ਹੈ ਕਿ ਜਨਵਰੀ ਇਨਟੇਕ ਹੁਣ ਚੱਲ ਰਿਹਾ, ਅੱਗੇ ਮਈ ਇਨਟੇਕ ਹੈ ਤੇ ਸੈਪਟੈਂਬਰ 2021 ਇਨਟੇਕ। ਜੀ। ਅਗਲੇ ਤਿੰਨਾਂ ਇਨਟੇਕ ਦੇ ਲਈ ਕੋਈ ਵੀ ਬੱਚਾ ਸਾਡੇ ਕੋਲ ਆਂਦਾ ਹੈ, ਐਡਮਿਸ਼ਨ ਕਰਵਾਉਂਦਾ ਹੈ, ਤਾਂ ਅਸੀਂ ਨਾ ਉਹ ਤੋਂ ਕੋਈ ਪੈਸਾ ਵੀਜ਼ਾ ਦੇ ਲਈ, ਚਾਹੇ ਉਹ ਆਸਟ੍ਰੇਲੀਆ ਅਪਲਾਈ ਕਰਨ ਆਉਂਦਾ, ਚਾਹੇ ਉਹ ਕੈਨੇਡਾ ਅਪਲਾਈ ਕਰਨ ਆਉਂਦਾ, ਚਾਹੇ ਉਹ ਯੂਕੇ ਅਪਲਾਈ ਕਰਨ ਆਉਂਦਾ, ਕੋਈ ਵੀ ਪੈਸਾ ਨਾ ਵੀਜ਼ਾ ਤੋਂ ਪਹਿਲਾਂ ਲਵਾਂਗੇ, ਨਾ ਕੋਈ ਪੈਸਾ ਵੀਜ਼ਾ ਤੋਂ ਬਾਅਦ ਲਵਾਂਗੇ। ਕਲਾਇੰਟ ਆਪਣੀ ਫੀਸ ਆਪ ਭਰ ਦੇਵੇ, ਕਲਾਇੰਟ ਵੀ ਸੇਫ ਹੈ, ਅਸੀਂ ਵੀ ਸੇਫ ਹੈ, ਕਿਉਂਕਿ ਸਾਡੇ ਕਾਲਜਿਸ ਨਾਲ ਟਾਈ ਅਪ ਹੈਗੇ, ਅਸੀਂ ਡਾਇਰੈਕਟ ਬਹੁਤ ਸਾਰੇ ਕਾਲਜਿਸ ਯੂਨੀਵਰਸਿਟੀਜ਼ ਨੂੰ ਗਵਰਨਮੈਂਟ ਨੂੰ ਰਿਪਰੈਜ਼ੈਂਟ ਕਰਦੇ ਹਾਂ, ਤਾਂ ਸਾਨੂੰ ਇੱਕ ਫਿਕਸਡ ਅਮਾਊਂਟ ਦੇ ਵਿੱਚ ਇੱਕ ਕਮਿਸ਼ਨ ਪਰਸੈਂਟੇਜ ਹੈ, ਇਕੱਲੇ ਮੈਨੂੰ ਨਹੀਂ ਹਰ ਏਜੰਟ ਨੂੰ ਆਉਂਦੀ ਹੈ। ਸੋ ਸਾਨੂੰ ਜਿੰਨਾ ਉੱਧਰੋਂ ਆਉਂਦਾ ਹੈ ਅਸੀਂ ਉਹਦੇ 'ਚ ਬਿਲਕੁਲ ਸੈਟਿਸਫਾਈਡ ਹਾਂ। ਤੇ ਬੱਚਿਆਂ ਦੇ ਲਈ ਇਹ ਹੈ ਕਿ ਬੱਚੇ ਗਲਤ ਰਾਹ ਤੋਂ ਜਾਣ ਤੋਂ ਬਚ ਜਾਣ। ਸੋ ਸਾਡਾ ਇਹ ਉਪਰਾਲਾ ਹੈ ਅੱਗੇ। ਇੱਕ ਚੀਜ਼ ਮੈਂ ਹੋਰ ਕਹਿਣਾ ਚਾਹੂੰਗਾ ਕਿ ਇਹ ਜਿਹੜਾ ਆਫਰ ਹੈ ਇਹ ਅਸੀਂ ਉਸ ਬੱਚੇ ਨੂੰ ਹੀ ਦੇਵਾਂਗੇ ਜਿਹੜਾ ਆਪਣੇ ਪੇਰੈਂਟਸ ਨੂੰ ਨਾਲ ਸਾਡੇ ਕੋਲ ਲੈ ਕੇ ਆਊਗਾ। ਉਹਦਾ ਰੀਜ਼ਨ ਇਹ ਹੈ ਕਿ ਪੈਸੇ ਮਾਂ ਪਿਓ ਨੇ ਲਾਣੇ ਆ, ਬੱਚੇ ਨੇ ਨਹੀਂ ਲਾਣੇ। ਔਰ ਜਦੋਂ ਮਾਂ ਪਿਓ ਨਾਲ ਆਣਗੇ ਤਾਂ ਮਾਂ ਪਿਓ ਨੂੰ ਜ਼ਿੰਦਗੀ ਦਾ ਤਜਰਬਾ ਬਹੁਤ ਜ਼ਿਆਦਾ ਹੈ ਬੱਚਿਆਂ ਨਾਲੋਂ, ਖੈਰ ਸਾਡੇ ਨਾਲੋਂ ਵੀ ਜ਼ਿਆਦਾ ਹੋ ਸਕਦਾ, ਬੰਦੇ ਦਾ ਪਤਾ ਹੁੰਦਾ। ਬਿਲਕੁਲ। ਉਹ ਸਾਨੂੰ ਮਿਲ ਕੇ ਤੇ ਐਟਲੀਸਟ ਇਹ ਤਾਂ ਜੱਜ ਕਰ ਪਾਣਗੇ ਕਿ ਜਿਸ ਏਜੰਟ ਦੇ ਥਰੂ ਉਹਨਾਂ ਦਾ ਬੱਚਾ ਜਾ ਰਿਹਾ ਕਿ ਉਹ ਏਜੰਟ ਜੈਨੂਇਨ ਹੈ। ਜੋ ਮੈਂ ਗੱਲ ਕਹਿ ਰਿਹਾ, ਮੈਂ ਨਹੀਂ ਕਹਿੰਦਾ ਮੇਰੀ ਕਈ ਗੱਲ ਤੇ ਯਕੀਨ ਕਰ ਲਓ, ਮੈਂ ਜੋ ਵੀ ਗੱਲ ਤੁਹਾਨੂੰ ਕਹਿਣਾ ਮੇਰੇ ਕੋਲ ਆਓ ਇੱਕ ਵਾਰ ਕਾਉਂਸਲਿੰਗ ਲੈਣ ਲਈ, ਤੇ ਉਹ ਚੀਜ਼ ਮੈਨੂੰ ਕਹੋ ਕਿ ਸਰ ਜਿਹੜੀ ਚੀਜ਼ ਤੁਸੀਂ ਕਹਿ ਰਹੇ ਹੋ ਉਹ ਕੱਲੀ ਗੱਲ ਸਾਨੂੰ ਐਮਬੈਸੀ ਦੀ ਵੈਬਸਾਈਟ ਤੇ ਦਿਖਾਓ। ਜੇ ਮੈਂ ਨਾ ਤੁਹਾਨੂੰ ਦਿਖਾ ਪਾਇਆ ਤਾਂ ਤੁਸੀਂ ਮੇਰੇ ਕੋਲ ਦੁਬਾਰਾ ਨਾ ਆਇਓ। ਹਾਂ, ਜੇ ਮੈਂ ਤੁਹਾਨੂੰ ਉਹ ਸਾਰੀਆਂ ਚੀਜ਼ਾਂ ਦਿਖਾਉਣਾ ਹੈ ਤਾਂ ਫਿਰ ਅੱਗੇ ਡਿਸੀਜਨ ਤੁਹਾਡਾ ਹੈ ਕਿ ਤੁਸੀਂ ਮੇਰੇ ਤੋਂ ਵੀਜ਼ਾ ਅਪਲਾਈ। ਯਾਨੀ ਕਿ ਅਸੀਂ ਇਹ ਕਹਿ ਲਈ ਸੁਨੀਲ ਜੀ, ਸੁਰੱਖਿਆ ਤੇ ਉਮੀਦ ਦੋਨੇ ਇੱਥੇ ਵੱਡੀਆਂ ਹੋ ਗਈਆਂ ਨੇ। ਬਿਲਕੁਲ, ਸਾਡੀ ਕੋਸ਼ਿਸ਼ ਹੈ ਜੀ ਅੱਗੇ ਇਹਨੂੰ ਕੋਸ਼ਿਸ਼ ਨੂੰ ਇਹਦਾ ਫਲ ਦੇਣਾ ਮਾਲਕ ਦੇ ਹੱਥ ਹੈ ਜਾਂ ਬੱਚਿਆਂ ਜਾਂ ਪੇਰੈਂਟਸ ਦੇ ਹੱਥ ਹੈ। ਤੂੰ ਲੜ ਫੱਕਰਾਂ ਦੇ ਲਾਈ ਅੱਗੋਂ ਤੇਰੇ ਭਾਗ ਲੱਚੀਏ। ਸੋ ਬਿਲਕੁਲ ਜੀ, ਕਿਤੇ ਨਾ ਕਿਤੇ ਸੁਚੇਤ ਸਾਨੂੰ ਆਪ ਨੂੰ ਰਹਿਣਾ ਚਾਹੀਦਾ ਆ। ਜੋ ਗੱਲਾਂ ਸੁਨੀਲ ਜੀ ਨੇ ਦੱਸੀਆਂ ਉਹ ਕਾਫੀ ਕਾਰਗਰ ਨੇ ਤੇ ਜ਼ਰੂਰੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਜੋ ਕਿਸੇ ਵੀ ਵਿਅਕਤੀ ਦੇ ਨਾਲ, ਕਿਸੇ ਵੀ ਬੱਚੇ ਦੇ ਨਾਲ ਨਾ ਤਾਂ ਭਵਿੱਖ ਦਾ ਖਿਲਵਾੜ ਹੋਵੇ ਤੇ ਨਾ ਹੀ ਉਹਨਾਂ ਦੀ ਉਹ ਪੂੰਜੀ ਹੈ ਜੋ ਮਿਹਨਤ ਨਾਲ ਕਮਾਈ ਗਈ ਆ ਉਹਦਾ ਨੁਕਸਾਨ ਹੋ ਸਕੇ। ਸੋ ਅਜਿਹੀਆਂ ਵੀਡੀਓਜ਼ ਤੁਹਾਡੇ ਤੱਕ ਲਿਆਉਣ ਦਾ ਮਕਸਦ ਸਿਰਫ ਇਹੀ ਹੁੰਦਾ ਹੈ ਕਿ ਇੱਕ ਸਹੀ ਦਿਸ਼ਾ, ਇੱਕ ਸਹੀ ਰਾਹ ਤੁਹਾਨੂੰ ਦਿੱਤੀ ਜਾਵੇ। ਤੇ ਸਿਰਫ ਇਹੀ ਨਹੀਂ, ਅਜਿਹੇ ਹੋਰ ਬੜੇ ਸੱਜਣ ਨੇ ਜਿਹੜੇ ਚੰਗਾ ਕੰਮ ਕਰਨਾ ਚਾਹੁੰਦੇ ਨੇ ਜਾਂ ਲੋਕਾਂ ਤੱਕ ਚੰਗਾ ਸੁਨੇਹਾ ਪਹੁੰਚਾਉਣਾ ਚਾਹੁੰਦੇ ਨੇ, ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਵਾਉਂਦੇ ਰਹਾਂਗੇ।